ਦੋਸਤੋ, ਅੱਜ ਤੁਹਾਡੇ ਸਭ ਦੇ ਨਾਲ ਇੱਕ ਨਵਾਂ ਸਫ਼ਰ ਸ਼ੁਰੂ ਕਰਨ ਜਾ ਰਿਹਾ ਤੇ ਜਿਹੜੀ ਬੇੜੀ ਦੇ ਵਿੱਚ ਮੈਂ ਇਹ ਸਫ਼ਰ ਅਦਾ ਕਰਨਾ, ਉਹਦੇ ਮੱਲਾਹ ਤੁਸੀਂ ਦਰਸ਼ਕ ਹੋ। ਮੇਰੀ ਬੜੀ ਨਮਰ ਬੇਨਤੀ ਹੈ ਕਿ ਮੇਰੀ ਤੇ ਮੇਰੇ ਸ਼ੋਅ ਦੀ ਬੇੜੀ ਪਾਰ ਲਗਾ ਦਿਓ। ਕਿਉਰਾ, ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ। ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦਾ ਪਬਲਿਕ ਸਟੇਜ ਵਿਦ ਉੱਤਮ ਸ਼ਰਮਾ ਸ਼ੋਅ ਦੇ ਵਿੱਚ। ਦਰਸ਼ਕੋ, ਅਸੀਂ ਸਾਰੇ ਇਸ ਦੁਨੀਆ ਵਿੱਚ ਕੁਛ ਨਾ ਕੁਛ ਹਾਸਲ ਕਰਨ ਆਏ ਹਾਂ, ਫਿਰ ਉਹਦੇ ਵਾਸਤੇ ਅਸੀਂ ਮਿਹਨਤ ਕਰਦੇ ਹਾਂ, ਦਿਨ ਰਾਤ ਮਿਹਨਤ ਕਰਦੇ ਹਾਂ। ਹੁਣ ਇੱਕ ਮਿੰਟ ਆ ਫੜਿਓ ਮੇਰਾ ਪੁਆਇੰਟ। ਦੋਸਤੋ, ਜਦੋਂ ਮੰਜ਼ਿਲ ਬਿਲਕੁਲ ਤੁਹਾਡੇ ਨਜ਼ਦੀਕ ਆ ਗਈ ਹੈ, ਤੁਹਾਨੂੰ ਦਿਖ ਰਹੀ ਹੈ ਮੰਜ਼ਿਲ, ਤੇ ਤੁਹਾਨੂੰ ਕਹਿ ਦਿੱਤਾ ਜਾਵੇ ਐਕਸਕਿਊਜ਼ ਮੀ ਮੈਟ, ਸੌਰੀ, ਇਹ ਮੰਜ਼ਿਲ ਹੁਣ ਤੁਹਾਡੇ ਲਈ ਉਪਲਬਧ ਨਹੀਂ ਹੈ। ਸੋਚੋ ਜਰਾ ਕੀ ਬੀਤੇਗੀ ਤੁਹਾਡੇ ਤੇ। ਇੰਨੀ ਮਿਹਨਤ ਕਰਨ ਤੇ ਬਾਅਦ ਮੰਜ਼ਿਲ ਸਾਹਮਣੇ ਦਿਖ ਰਹੀ ਹੈ, ਪਰ ਨੋ। ਦੋਸਤੋ, ਜਿਹੜੇ ਅੱਜ ਸਾਡੇ 3 ਮਹਿਮਾਨ ਸਟੂਡੀਓ 'ਚ ਆਏ ਨੇ, ਉਹਨਾਂ ਨੇ ਇਹ ਮਹਿਸੂਸ ਕੀਤਾ, ਸੋਚਿਆ ਕਿ ਕੀ ਬੀਤੀ ਉਹਨਾਂ ਬੱਚਿਆਂ ਤੇ, ਉਹਨਾਂ ਬੇਟੀਆਂ ਤੇ, ਕਿ ਮੰਜ਼ਿਲ ਦੇ ਸਾਹਮਣੇ ਖੜੇ ਤੇ ਉਪਲਬਧ ਨਹੀਂ ਹੋਈ ਮੰਜ਼ਿਲ। ਆਓ ਮੈਂ ਤੁਹਾਨੂੰ ਅੱਜ ਉਹਨਾਂ ਨਾਲ ਰੂਬਰੂ ਕਰਵਾਉਣਾ। ਸਵਾਗਤ ਹੈ ਜੀਤ ਭਾਜੀ। ਜੀਤ ਭਾਜੀ ਭਾਰਤੀ ਸਮਾਜ ਟਰੱਸਟ ਦੇ ਕਰਤਾ ਧਰਤਾ ਨੇ ਔਰ ਬਹੁਤ ਹੀ ਜਾਣੇ ਮਾਨੇ ਚਿਹਰੇ ਨੇ ਆਕਲੈਂਡ ਦੇ ਵਿੱਚ, ਔਰ ਜੋ ਐਲਡਰਸ ਨੇ ਸਾਡੇ ਭਾਈਚਾਰੇ ਦੇ, ਉਹਨਾਂ ਦਾ ਜਿਹੜਾ ਸਾਰਾ ਭਲੇ ਦਾ ਕੰਮ ਭਾਜੀ ਕਰਦੇ। ਸਵਾਗਤ ਭਾਜੀ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ ਫॉर ਹੈਵਿੰਗ ਮੀ ਔਨ ਦ ਸ਼ੋ। ਥੈਂਕ ਯੂ ਭਾਜੀ। ਫਿਰ ਸਾਡੇ ਨਾਲ ਭਾਜੀ ਦਲਜੀਤ ਸਿੰਘ ਜੀ, ਸੁਪਰੀਮ ਸਿੱਖ ਸੁਸਾਇਟੀ, ਜਿਸ ਨੇ ਕਿ ਨਿਊਜ਼ੀਲੈਂਡ ਦੇ ਵਿੱਚ ਹੀ ਨਹੀਂ, ਇੰਟਰਨੈਸ਼ਨਲੀ ਸੁਪਰੀਮ ਸਿੱਖ ਸੁਸਾਇਟੀ ਨੂੰ ਜਾਣਿਆ ਜਾਂਦਾ ਹੈ, ਜੋ ਪਿਛਲੇ ਸਾਲ ਨੈਸ਼ਨਲ ਫੂਡ ਅਵਾਰਡ ਵੀ ਇਹਨਾਂ ਨੂੰ ਨਿਊਜ਼ੀਲੈਂਡ ਦੇ ਜਿਹੜੇ ਅਲੀਟ ਸੰਸਥਾ ਹੈ ਔਰ ਮੈਸੀ ਯੂਨੀਵਰਸਿਟੀ, ਉਹਨਾਂ ਨੇ ਨਵਾਜ਼ਿਆ। ਔਰ ਇੱਥੇ ਦੇਖੋ, ਇੱਕ ਗੱਲ ਦੱਸਣੀ ਬਣਦੀ ਕਿ ਕਿੰਨੀ ਵੱਡੀ ਭਾਈਚਾਰੇ ਵਾਸਤੇ ਇਹ ਫਖਰ ਦੀ ਗੱਲ ਹੈ ਕਿ ਵਰਕ ਇਨਕਮ ਨੂੰ ਜੇ ਕੋਈ ਫੋਨ ਜਾਂਦਾ ਕੋਵਿਡ ਦੇ ਇਸ ਦੌਰਾਨ ਕਿ ਬਈ ਮੇਰੀ ਫੈਮਿਲੀ ਨੂੰ ਫੂਡ ਚਾਹੀਦਾ, ਤੇ ਉਹ ਸਿੱਧਾ ਨੰਬਰ ਸੁਪਰੀਮ ਸਿੱਖ ਸੁਸਾਇਟੀ ਦਾ ਉੱਥੇ ਉਹ ਦਿੰਦੇ ਨੇ, ਔਰ ਫਿਰ ਉੱਥੇ ਹਰ ਰੋਜ਼ ਵੀ ਅੱਜ ਵੀ ਫੂਡ ਪਾਰਸਲ ਜਿਹੜੇ ਨੇ ਉਪਲਬਧ ਕਰਾਏ ਜਾਂਦੇ। ਸਵਾਗਤ ਭਾਜੀ, ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ, ਧੰਨਵਾਦ ਜੀ, ਬਹੁਤ ਬਹੁਤ ਤੁਹਾਡਾ ਉੱਤਮ ਚੰਦ ਜੀ, ਤੁਹਾਡੇ ਨਵੇਂ ਸ਼ੋਅ ਵਾਸਤੇ। ਥੈਂਕ ਯੂ ਭਾਜੀ। ਅਤੇ ਸਾਡੇ ਨਾਲ ਨੇ ਸੰਨੀ ਕੌਸ਼ਲ ਭਾਜੀ। ਸੰਨੀ ਕੌਸ਼ਲ ਭਾਜੀ ਦਾ ਇਹ ਹਰ ਬੱਚਾ ਇਸ ਚੀਜ਼ ਨੂੰ ਮੰਨਦਾ ਕਿ ਭਾਜੀ ਇੰਨੀ ਮੁਸ਼ਕਲਾਂ ਦੇ ਬਾਵਜੂਦ ਵੀ ਇਹਨਾਂ ਦੇ ਚਿਹਰੇ 'ਤੇ ਮੁਸਕਾਨ ਕਦੀ ਜਿਹੜੀ ਹਟਦੀ ਨਹੀਂ ਹੈ। ਜਿੱਦਾਂ ਕਹਿੰਦੇ ਨਾ, ਕਿਆ ਗਮ ਹੈ ਜਿਸ ਕੋ ਛੁਪਾ ਰਹੇ ਹੋ, ਉਹ ਗੱਲ ਹੈ। ਭਾਜੀ ਨੇ ਬਹੁਤ ਪਿਛਲੇ ਕੋਵਿਡ ਦੇ ਦੌਰਾਨ ਕੁਛ ਬੜੀ ਸ਼ਿੱਦਤ ਦੇ ਨਾਲ ਉਸ ਚੀਜ਼ 'ਚੋਂ ਨਿਕਲੇ ਨੇ। ਅਤੇ ਭਾਜੀ, ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਸ਼ੁਕਰੀਆ ਉੱਤਮ ਜੀ, ਅਤੇ ਸਾਰੇ ਤੁਹਾਡੇ ਦਰਸ਼ਕਾਂ ਨੂੰ ਮੇਰਾ ਪਿਆਰ ਭਰਾ ਸਤਿ ਸ਼੍ਰੀ ਅਕਾਲ, ਨਮਸਕਾਰ, ਕੈਮ ਛੋ, ਅਸਲਾਮ ਅਲੈਕਮ। ਭਾਜੀ, ਸ਼ੋਅ ਦਾ ਆਗਾਜ਼ ਭਾਜੀ ਦਲਜੀਤ ਸਿੰਘ ਜੀ ਤੋਂ ਕਰਦੇ ਹਾਂ। ਭਾਜੀ, ਤੁਸੀਂ ਕੁਛ ਹਫ਼ਤੇ ਪਹਿਲਾਂ ਤੁਸੀਂ ਇੰਡੀਆ ਜਾ ਕੇ ਆਏ ਜੇ, ਭਾਰਤ ਜਾ ਕੇ ਆਏ, ਅਤੇ ਉੱਥੇ ਤੁਸੀਂ ਜਿਹੜੇ ਆਪਣੇ ਇੱਥੋਂ ਬੱਚੇ ਕੋਵਿਡ ਲੋਕਡਾਊਨ ਤੋਂ ਪਹਿਲਾਂ ਗਏ ਸੀ, ਅਤੇ ਉੱਥੇ ਵਿਚਾਰੇ ਉਹ ਸਟਕ ਹੋ ਗਏ, ਫਲਾਈਟਸ ਬੰਦ ਹੋ ਗਈਆਂ, ਅਤੇ ਉਹ ਬੱਚੇ ਸਾਰੇ ਮੇਰੇ ਖਿਆਲ ਤੁਹਾਡੇ ਨਾਲ ਵੀ ਇਨ ਟੱਚ ਰਹੇ ਨੇ, ਭਾਜੀ ਹੋਰਾਂ ਨਾਲ ਵੀ, ਸਭ ਨੂੰ ਆਪਣੇ ਮਦਦ ਵਾਸਤੇ ਉਹਨਾਂ ਗੁਹਾਰ ਪਾਈ ਦਿੱਤੀ ਉਹਨਾਂ ਨੇ। ਅਤੇ ਤੁਸੀਂ ਭਾਜੀ ਉਹਨਾਂ ਨੂੰ ਮਿਲੇ, ਉਹਨਾਂ ਦਾ ਸਾਰਾ ਮੀਟਿੰਗ ਹੋਈ, ਫਿਰ ਤੁਸੀਂ ਸ਼੍ਰੀ ਹਰਿਮੰਦਰ ਸਾਹਿਬ ਵੀ ਨਤਮਸਤਕ ਹੋਏ, ਉਹਨਾਂ ਲਈ ਅਰਦਾਸ ਕੀਤੀ। ਭਾਜੀ, ਦਰਸ਼ਕ ਜਾਣਨਾ ਚਾਹੁੰਦੇ ਨੇ ਕਿ ਤੁਸੀਂ ਉਹਨਾਂ ਦੇ ਜਿਹੜੀ ਉਹਨਾਂ ਦੇ ਅੰਦਰ ਪੀੜ ਸੀਗੀ, ਅਤੇ ਤੁਹਾਡੇ ਦਿਲ ਨੇ ਭਾਜੀ ਕੀ ਮਹਿਸੂਸ ਕੀਤਾ, ਉਹ ਪਲੀਜ਼ ਸਾਡੇ ਨਾਲ ਸ਼ੇਅਰ ਕਰੋ। ਦੇਖੋ ਜੀ, ਜਿਹੜੇ ਇੰਡੀਆ ਗਏ ਹੋਏ ਉਸ ਟਾਈਮ ਦੇ ਉੱਪਰ ਕਿਸੇ ਨਾ ਕਿਸੇ ਰੀਜ਼ਨ ਕਰਕੇ, ਕਿਸੇ ਦਾ ਕੋਈ ਪੇਰੈਂਟਸ ਬਿਮਾਰ ਸੀ ਜਾਂ ਕੋਈ ਕਿਸੇ ਦੇ ਘਰ 'ਚੋਂ ਕੋਈ ਵਿਆਹ ਸ਼ਾਦੀ, ਕੋਈ ਰੀਜ਼ਨ, ਜਿਵੇਂ ਕਿ ਆਪਾਂ ਆਪਣੇ ਪਰਿਵਾਰਾਂ ਨਾਲ ਕੰਟੈਕਟ ਰੱਖਦੇ ਹੀ ਇੰਡੀਆ 'ਚ, ਅਤੇ ਇੱਕਦਮ ਕੋਈ ਗਿਆ ਹੋਵੇ ਜਿਹਦੇ ਕੋਲ 2 ਸਾਲ ਦਾ ਵੀਜ਼ਾ ਹੋਵੇ, 6 ਮਹੀਨੇ ਦਾ ਹੋਵੇ, 3 ਸਾਲ ਦਾ ਵੀਜ਼ਾ ਅਵੇਲੇਬਲ ਹੋਵੇ, ਉਹ ਜਾਂਦਾ। ਉੱਥੇ ਗਿਆ ਤੋਂ ਇੱਕਦਮ ਅਚਾਨਕ ਖਬਰ ਆਉਂਦੀ ਹੈ ਕਿ ਸਾਰੀਆਂ ਫਲਾਈਟਾਂ ਬੰਦ ਆ, ਤੁਸੀਂ ਵਾਪਸ ਨਹੀਂ ਜਾ ਸਕਦੇ। ਪ੍ਰਾਈਮ ਮਿਨਿਸਟਰ ਵੱਲੋਂ ਉਸੇ ਟਾਈਮ 'ਤੇ ਆਣ ਕੇ TV 'ਤੇ ਅਸ਼ੋਰੈਂਸ ਦਿੱਤੀ ਜਾਂਦੀ ਹੈ ਕਿ ਜਦੋਂ ਹੀ ਪੋਸੀਬਲ ਹੋਇਆ ਫਲਾਈਟਾਂ ਖੁੱਲ੍ਹਣਗੀਆਂ, ਤੁਹਾਨੂੰ ਸਾਰਿਆਂ ਨੂੰ ਦੁਬਾਰਾ ਬੁਲਾਇਆ ਜਾਊਗਾ। ਪਰ ਇੱਕ ਲੰਬੇ ਸਮੇਂ ਬਾਅਦ ਜਦੋਂ ਕਿ ਉਹ ਟਾਈਮ ਇੰਨਾ ਕੁ ਲੰਘ ਗਿਆ ਕਿ ਕਈਆਂ ਦੇ ਵੀਜ਼ੇ ਲੰਘ ਗਏ, ਉਹਦੇ ਵਿੱਚ ਕਈ ਜਿਹੜੇ ਸੀ ਉੱਥੇ ਹੀ ਰਹਿ ਗਏ, ਸਟਕ ਹੋ ਗਏ। ਉਹਨਾਂ ਦੀ ਜਿਹੜੀ
ਆਪਾਂ ਕੀਤਾ ਕਰਾਇਆ ਸਾਰਾ ਕੁਝ ਉਹਨਾਂ ਨੇ ਇਸ ਕੰਟਰੀ ਦੇ ਵਿੱਚ ਆਪਣੀਆਂ ਪੜ੍ਹਾਈਆਂ। ਕੋਈ ਲਾਸਟ ਉਸ ਟਾਈਮ ਦੇ ਉੱਪਰ ਆ ਕਿ ਜਦੋਂ ਉਹਨਾਂ ਦੀ ਪੜ੍ਹਾਈ ਖਤਮ ਹੋਣ ਵਾਲੀ ਆ, ਕੋਈ ਜੌਬ ਦੀ ਉਸ ਸਿਰੇ 'ਤੇ ਆ ਜਿੱਥੇ ਉਹਦੀ ਰੈਜ਼ੀਡੈਂਸ ਹੋਣ ਵਾਲੀ ਆ। ਸੋ ਜਦੋਂ ਉਹਨਾਂ ਦਾ ਇੱਕਦਮ ਸਾਰਾ ਉਹ ਜਿਹੜਾ ਫਿਊਚਰ ਸੀ ਉਹ ਧੁੰਦਲਾ ਹੋ ਗਿਆ, ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਸਾਨੂੰ ਬੁਲਾਇਆ ਜਾਊਗਾ, ਵਾਪਸ ਕਿ ਨਹੀਂ ਜਾਊਗਾ, ਨਾ ਉਹ ਕਿਸੇ ਹੋਰ ਕੰਟਰੀ 'ਚ ਜਾਣ ਜੋਗੇ, ਕਿਉਂਕਿ ਜਿੰਨਾ ਪੈਸਾ ਉਹ ਇਸ ਕੰਟਰੀ 'ਚ ਲਾ ਚੁੱਕੇ ਆ ਸਟੱਡੀ ਕਰਨ ਦੇ ਉੱਪਰ, ਉਹ ਚੀਜ਼ਾਂ ਜਿਹੜੀਆਂ ਉਹ ਤੁਸੀਂ ਅਹਿਸਾਸ ਹੀ ਕਰ ਸਕਦੇ ਹੋ, ਉਹ ਦੱਸ ਨਹੀਂ ਸਕਦੇ ਕਿ ਕਿਵੇਂ ਉਹਨਾਂ ਦੀ ਉਹ ਲਾਈਫ ਜਿਹੜੀ ਆ ਉਹ ਗੁਜ਼ਰ ਰਹੀ ਆ। ਉਹਨਾਂ ਦੇ ਵਰਡਿੰਗ ਵੀ ਜਿਹੜੀ ਉਹ ਬੋਲਣੀ ਕਿ ਉਹ ਕੀ ਸੋਚ ਰਹੇ ਇਸ ਵੇਲੇ, ਉਹ ਵੀ ਮੈਂ ਕਹਿੰਦਾ ਕਿ ਜਿੱਥੇ ਉਹਨਾਂ ਨੂੰ ਸਰਕਾਰਾਂ 'ਤੇ ਗੁੱਸਾ, ਉੱਥੇ ਆਪਣੇ ਭਾਈਚਾਰੇ ਪ੍ਰਤੀ ਵੀ ਹੈਗਾ ਕਿ ਵੀ ਉਹ ਇਹ ਸੋਚਦੇ ਆ ਕਿ ਜਿਹੜਾ ਸਾਡਾ ਉੱਥੇ 2.25 ਲੱਖ 2.5 ਲੱਖ ਬੈਠਾ, ਉਹ ਸਾਡੀ ਪੀੜਾ ਨੂੰ ਕਿਉਂ ਨਹੀਂ ਸਮਝ ਰਿਹਾ, ਉਹ ਕਿਉਂ ਨਹੀਂ ਇਹਦੇ ਸੰਬੰਧ ਵਿੱਚ ਰੌਲਾ ਪਾ ਰਿਹਾ। ਪਰ ਉਹਨਾਂ ਨੂੰ ਜਦੋਂ ਦੱਸੀਦਾ ਕਿ ਹਰੇਕ ਦੀ ਪੀੜਾ ਆਪੋ ਆਪਣੀ ਆ, ਇੱਥੇ ਬੈਠੇ ਵੀ ਕਈ ਤਰ੍ਹਾਂ ਦੇ ਫਸੇ ਹੋਏ ਆ ਕੋਈ, ਪਰ ਜਿੱਥੋਂ ਤੱਕ ਕਮਿਊਨਿਟੀ ਦਾ ਲੀਡਰਸ਼ਿਪ ਦਾ, ਉੱਥੇ ਮੇਰੇ ਖਿਆਲ 'ਚ ਹਰ ਇੱਕ ਆਪੋ ਆਪਣੇ ਤੌਰ 'ਤੇ ਫਰਜ਼ ਜਿਹੜਾ ਨਿਭਾ ਰਿਹਾ। ਸੋ ਅਰਦਾਸ ਕੀਤੀ ਉੱਥੇ ਉਹਨਾਂ ਦੀ ਜਲਦੀ ਵਾਪਸੀ ਵਾਸਤੇ ਤੇ ਸਰਕਾਰਾਂ ਅੱਗੇ ਪੱਖ ਰੱਖਣ ਵਾਸਤੇ। ਤੇ ਭਾਜੀ ਉੱਥੇ ਪੰਜਾਬ ਸਰਕਾਰ ਜਾਂ ਇਨ ਟੋਟਲ ਜਿੱਦਾਂ ਫੈਡਰਲ ਗਵਰਨਮੈਂਟ ਇੰਡੀਆ ਦੀ, ਉਹਨਾਂ ਨੇ ਕੋਈ ਉਹਨਾਂ ਨੂੰ ਹੱਥ ਪੱਲਾ ਨਹੀਂ ਫੜਾਇਆ ਹਜੇ ਤੱਕ? ਦੇਖੋ ਜੀ, ਉਹਨਾਂ ਨੂੰ ਬਹੁਤ ਸਾਰੇ ਜਿਹੜੇ ਭਰੋਸੇ, ਬਹੁਤ ਸਾਰੇ ਜਿਹੜੇ ਉਹਨਾਂ ਨੂੰ ਕਿ ਅਸੀਂ ਸਰਕਾਰ ਨੂੰ ਲਿਖਾਂਗੇ, ਸ਼ਾਇਦ ਕਿਸੇ ਨੇ ਚਿੱਠੀ ਪਾਈ ਵੀ ਹੈਗੀ, ਬਟ ਤੁਹਾਨੂੰ ਪਤਾ ਕਿ ਇਹ ਸਰਕਾਰਾਂ ਅਨਲੈਸ ਕਿ ਕੋਈ ਉੱਥੇ ਫੋਰਨ ਅਫੇਅਰ ਤੋਂ ਜਾਂ ਇੰਡੀਆ ਤੋਂ ਪ੍ਰਾਈਮ ਮਿਨਿਸਟਰ ਆਫਿਸ 'ਚੋਂ ਜਾਂ ਕੋਈ ਇੱਦਾਂ ਡਾਇਰੈਕਟਲੀ ਗਵਰਨਮੈਂਟ ਨਾਲ ਟੱਚ ਕਰੇ ਤਾਂ ਫਿਰ ਉਹਦਾ ਕੋਈ ਹੱਲ ਨਿਕਲ ਸਕਦਾ, ਅਦਰਵਾਈਜ਼ ਨਹੀਂ ਤਾਂ ਇੱਥੋਂ ਦੇ ਇਕੱਲੇ ਭਾਈਚਾਰੇ ਨੂੰ ਜ਼ੋਰ ਲਾਉਣਾ ਪੈਣਾ। ਤੇ ਦਰਸ਼ਕੋ, ਇਹ ਚੀਜ਼ ਜੇ ਕਿਸੇ ਦੇ ਜ਼ਿਹਨ ਨੂੰ ਟੱਚ ਕੀਤੀ ਹੈ ਕਿ ਉਹ ਭਾਵੇਂ ਉੱਥੇ ਦੇ ਹਜੇ ਉਹ ਸਿਟੀਜ਼ਨ ਨੇ, ਬਟ ਫਿਰ ਵੀ ਜਿਸ ਦੇਸ਼ ਦੇ ਵਿੱਚ ਕੋਈ ਰਹਿ ਰਿਹਾ ਹੁੰਦਾ, ਉਸ ਦੇਸ਼ ਦਾ ਵੀ ਫਰਜ਼ ਬਣਦਾ। ਹੁਣ ਜਿੱਦਾਂ ਇੱਥੇ ਜਦੋਂ ਨਿਊਜ਼ੀਲੈਂਡ ਦੇ ਵਿੱਚ ਪ੍ਰਵਾਸੀਆਂ ਦੇ ਪੇਰੈਂਟਸ ਇੱਥੇ ਆ ਗਏ ਸੀ, ਫਲਾਈਟਾਂ ਬੰਦ ਹੋ ਗਈਆਂ ਸੀ, ਉਹਨਾਂ ਨੇ ਪੇਰੈਂਟਸ ਨੂੰ ਬੜੇ ਖੁੱਲ੍ਹੇ ਗੱਫਿਆਂ ਨਾਲ ਵੀਜ਼ੇ ਦਿੱਤੇ। ਸੋ ਸਰਕਾਰਾਂ ਦਾ ਇਹ ਜ਼ਰੂਰ ਫਰਜ਼ ਬਣਦਾ ਕਿ ਉਹ ਆਪਣੇ ਨਾਗਰਿਕਾਂ ਦਾ ਖਿਆਲ ਰੱਖਣ। ਜੀਤ ਭਾਜੀ, ਤੁਸੀਂ ਜਿਹੜਾ ਇੱਥੇ ਭਾਰਤੀ ਭਾਈਚਾਰਾ ਜਿਹੜਾ ਵਸਦਾ ਹੈ ਤੇ ਉਹਦੇ ਜਿਹੜੇ ਐਲਡਰਸ ਨੇ, ਤੁਸੀਂ ਮੇਰੇ ਖਿਆਲ 1995 ਤੋਂ ਸ਼ਾਇਦ ਤੁਸੀਂ ਇਹ ਭਾਰਤੀ ਸਮਾਜ ਟਰਸਟ ਦੀ ਸਥਾਪਨਾ ਕੀਤੀ ਸੀ। ਤੇ ਤੁਹਾਨੂੰ ਭਾਜੀ ਅਕਸਰ ਸੋਸ਼ਲ ਮੀਡੀਆ ਤੇ ਦੇਖੀਦਾ, ਤੇ ਤੁਸੀਂ ਉਹਨਾਂ ਦੇ ਜਿਹੜੇ ਐਲਡਰਸ ਦੇ ਬੜੇ ਖਿੜੇ ਚਿਹਰੇ, ਮੁਸਕਾਨ, ਨੱਚ ਟੱਪ ਰਹੇ ਹੁੰਦੇ ਨੇ, ਤੇ ਤੁਹਾਨੂੰ ਵੀ ਉਹਨਾਂ ਦੇ ਵਿਚਕਾਰ ਦੇਖੀਦਾ ਕਿ ਤੁਸੀਂ ਵੀ ਉਹਨਾਂ ਨਾਲ ਘੇ ਸ਼ੱਕਰ ਹੋਏ ਹੁੰਦੇ ਹੋ, ਤੁਸੀਂ ਖੁਸ਼ੀ ਮਹਿਸੂਸ ਕਰਦੇ ਹੋ, ਇਹ ਮੈਂ ਫੀਲ ਕਰਦਾ ਨਿੱਜੀ ਤੌਰ ਤੇ। ਭਾਜੀ ਇਹ ਜਿਹੜੀ ਹੁਣ ਹੁਣੇ ਵੀ ਇਹਨਾਂ ਨੇ ਥੋੜ੍ਹਾ ਮਾਈਗ੍ਰੇਸ਼ਨ ਪਾਲਿਸੀ 'ਚ ਇਹਨਾਂ ਨੇ ਜੋ ਚੇਂਜਿਸ ਲਿਆਂਦੇ ਆ, ਪਲੱਸ ਐਲਡਰਸ ਨੂੰ ਲੈ ਕੇ ਜਦੋਂ 2016 'ਚ ਇਹਨਾਂ ਨੇ ਨਕੇਲ ਪਾਤੀ ਸੀਗੀ ਔਰ ਖੜਾਤੀ ਸੀਗੀ ਪੇਰੈਂਟਸ ਪਾਲਿਸੀ, ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਕਿਉਂਕਿ ਤੁਸੀਂ ਇਹ ਜਿਹੜੀ ਅਲੱਗ ਜੀ ਦੁਨੀਆ ਐਲਡਰਸ ਦੀ, ਬਜ਼ੁਰਗਾਂ ਦੀ, ਤੁਸੀਂ ਇਹਨੂੰ ਬਹੁਤ ਅੱਛੀ ਤਰ੍ਹਾਂ ਮੇਰਾ ਖਿਆਲ ਹੈ ਕਿ ਸਮਝਦੇ ਹੋ, ਤੇ ਇਸ ਚੀਜ਼ ਦੀ ਕੀ ਇੰਪੋਰਟੈਂਸ ਹੈ ਕਿ ਇਹ ਮਾਈਗ੍ਰੇਸ਼ਨ ਪਾਲਿਸੀ ਉਹਨਾਂ ਦੇ ਫਰੈਂਡਲੀ ਹੋਣੀ ਚਾਹੀਦੀ ਹੈ, ਨਹੀਂ ਹੋਣੀ ਚਾਹੀਦੀ, ਇਹ ਕਿਉਂ ਹੈ ਭਾਜੀ? ਉੱਤਮ ਜੀ, ਸਭ ਤੋਂ ਪਹਿਲੇ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜਾ ਕਿ ਤੁਸੀਂ ਮੈਨੂੰ ਵੀ ਆਪਣੇ ਨਾਲ ਸਟੇਜ ਸਾਂਝੀ ਕੀਤੀ ਹੈ। ਐਕਚੁਅਲੀ ਕੀ ਹੈ ਕਿ ਦੇਖੋ, ਭਾਰਤੀ ਸਮਾਜ ਨੂੰ ਜਿਹੜੇ 26 ਸਾਲ ਹੋ ਗਏ ਬਜ਼ੁਰਗਾਂ ਦੀ ਸੇਵਾ ਕਰਦੇ ਹੋਏ, ਤੇ ਇਸ ਵਾਸਤੇ ਅਸੀਂ ਆਪਣੇ ਆਪ ਨੂੰ ਬੜਾ ਅਸੀਂ ਫਖਰ ਮਹਿਸੂਸ ਕਰਨੇ ਹਾਂ। ਵੀ ਫੀਲ ਪ੍ਰਿਵਿਲੇਜਡ ਕਿ ਬਈ ਸਾਨੂੰ ਇਹ ਮੌਕਾ ਮਿਲਿਆ ਕਿ ਇਹਨਾਂ ਦੀ ਅਸੀਂ ਸੇਵਾ ਕਰ ਸਕੀਏ। ਦੇਖੋ, ਇਸ ਤਰ੍ਹਾਂ ਇਹ ਬਹੁਤ ਸਿੰਪਲ ਜੀ ਗੱਲ ਹੈ ਕਿ ਜਿਹੜੇ ਸਾਡਾ ਕਲਚਰ ਹੈਗਾ, ਉਹਦੇ ਵਿੱਚ ਅਸੀਂ ਇੱਕ ਤਰਫ ਤੇ ਸਾਡੇ ਜਿਹੜੇ ਪਰਮ ਪਿਤਾ ਪਰਮਾਤਮਾ ਹੈਗਾ, ਵਾਹਿਗੁਰੂ ਹੈਗਾ, ਅੱਲਾ ਹੈਗਾ, ਗੋਡ ਹੈਗਾ, ਉਸ ਤੋਂ ਬਾਅਦ ਜਦੋਂ ਅਸੀਂ ਦਰਜਾ ਦਿੰਦੇ ਹਾਂ ਮਾਤਾ ਪਿਤਾ ਨੂੰ, ਉਹ ਭਗਵਾਨ ਦਾ ਦਰਜਾ ਦਿੰਦੇ ਹਾਂ। ਮਤਲਬ ਉਹਨਾਂ ਦੀ ਬੜੀ ਇੱਕ ਰਿਸਪੈਕਟਡ ਪੋਜੀਸ਼ਨ ਹੁੰਦੀ ਹੈ, ਅਤੇ ਉਹਨਾਂ ਦੀ ਜਿਹੜੀ ਇਹ ਪੋਜੀਸ਼ਨ ਹੈ ਉਹਨਾਂ ਨੂੰ, ਔਰ ਜਿਹੜਾ ਬੌਂਡਿੰਗ ਹੈਗੀ ਹੈ ਪੇਰੈਂਟਸ ਐਂਡ ਉਹਨਾਂ ਦੇ ਬੱਚਿਆਂ ਦੀ, ਸਪੈਸ਼ਲੀ ਸਾਡੇ ਜਿਹੜੇ ਇੰਡੀਅਨ ਓਰੀਜਨ ਦੇ ਲੋਕ ਹਨ ਜਾਂ ਏਸ਼ੀਅਨ ਓਰੀਜਨ ਦੇ ਲੋਕ ਹਨ, ਉਹਨਾਂ ਦੇ ਵਿੱਚ ਇਹ ਬਹੁਤ ਇੰਪੋਰਟੈਂਟ ਹੈ ਕਿ ਪੇਰੈਂਟਸ ਆਰ ਦਾ ਪ੍ਰਾਈਮ। ਹੁਣ ਅਸੀਂ ਦੇਖੋ, ਮੈਂ ਤੁਹਾਨੂੰ ਬਹੁਤ ਸਿੰਪਲ ਜੀ ਤੁਹਾਨੂੰ ਇੱਕ ਉਦਾਹਰਨ ਦੇ ਸਕਦਾ ਕਿ ਅਗਰ ਮੈਂ ਇੱਥੇ ਐਜ਼ ਏ ਯੰਗ ਮਾਈਗਰੈਂਟ ਹੈਗਾ, ਠੀਕ ਹੈ, ਔਰ ਮੇਰੇ ਮਾਤਾ ਪਿਤਾ ਉੱਥੇ ਇੰਡੀਆ ਹੈਗੇ ਜਾਂ ਹੋਰ ਕਿਸੇ ਮੁਲਕ 'ਚ ਹੈਗੇ, ਅਤੇ ਸਾਡਾ ਪੂਰਾ ਧਿਆਨ ਕੀ ਹੁੰਦਾ ਹੈ, ਕੰਮ ਦੇ ਵੇਲੇ ਤਾਂ ਕੰਮ 'ਤੇ ਧਿਆਨ ਦੇਣਾ ਹੀ ਪੈਂਦਾ। ਤੁਹਾਨੂੰ ਪਤਾ ਹੈ ਕਿ ਤੁਹਾਡੀ ਉਹ ਰੋਜ਼ੀ ਰੋਟੀ ਹੈ, ਬਟ ਜਦੋਂ ਵੀ ਤੁਹਾਡੇ ਕੋਲ ਖਾਲੀ ਟਾਈਮ ਹੁੰਦਾ ਹੈ ਅਤੇ ਤੁਹਾਨੂੰ ਧਿਆਨ ਚਲਾ ਜਾਂਦਾ ਆਪਣੇ ਮਾਤਾ ਪਿਤਾ ਦੇ ਵੱਲ, ਔਰ ਜਦੋਂ ਉਹਨਾਂ ਦੇ ਤਰਫ ਤੁਹਾਡਾ ਧਿਆਨ ਜਾਂਦਾ ਹੈ ਅਤੇ ਉਹਨਾਂ ਦੀ ਹਰ ਸਾਹ ਦੇ ਨਾਲ ਤੁਹਾਡੀ ਸਾਹ ਜੁੜੀ ਹੋਈ ਹੈ। ਤੁਸੀਂ ਮਤਲਬ ਕੀ ਹੈ ਕਿ ਅਗਰ ਉਹ ਦੁਖੀ ਹਨ ਕਿਸੇ ਰੀਜ਼ਨ ਕਰਕੇ, ਦੇਖੋ ਇੱਕ ਉਮਰ 'ਚ ਆਉਂਦੀ ਹੈ ਅਤੇ ਉਹ
ਫਿਜ਼ੀਕਲ ਮੈਂਟਲ ਔਰ ਹਾਂਜੀ, ਯਾਨੀ capacity low ਹੋ ਮੈਡੀਕਲ ਜਾਂਦੀ ਹੈ। ਪ੍ਰੋਬਲਮਸ ਜਿਹੜੀਆਂ ਹਨ ਹਾਂਜੀ ਉਹ ਸਪਰਿੰਗ ਅਪ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਹਾਂਜੀ ਲੇਕਿਨ ਜਦੋਂ ਉਹ ਹੁੰਦੀਆਂ ਹਨ ਤੇ ਫਿਰ ਤੁਹਾਡਾ ਜਿਹੜਾ ਧਿਆਨ ਹੈ ਨਾ ਉਹ ਦੋ ਜਗ੍ਹਾ ਹੁੰਦਾ ਹੈ। ਹਾਂਜੀ ਤੇ ਇਸ ਕਰਕੇ ਕੋਸ਼ਿਸ਼ ਇਹ ਹੁੰਦੀ ਹੈ ਕਿ ਤੁਸੀਂ ਦੇਖਿਆ ਹੋਏਗਾ ਕਾਫੀ ਸਾਰੇ ਪੇਰੈਂਟਸ ਆਲਰੇਡੀ ਇੱਥੇ ਹੈਗੇ ਨੇ। ਹਾਂਜੀ ਲੇਕਿਨ ਕੀ ਹੋਇਆ ਕਿ ਜਿਹੜੇ ਹੁਣ ਕੁਝ ਟਾਈਮ ਤੋਂ ਗੌਰਮੈਂਟ ਦੀ ਪਾਲਿਸੀਜ਼ ਦੇ ਕਰਕੇ ਜਿਹੜੇ ਪੇਰੈਂਟ ਆਪਣੇ ਬੱਚਿਆਂ ਕੋਲ ਨਹੀਂ ਆ ਪਾ ਰਹੇ ਨੇ, ਲੇਕਿਨ ਉਹ ਜਿਹੜੇ ਇੱਥੇ ਲੋਕ ਹਨ ਉਹਨਾਂ ਦਾ ਉਹ ਫਿਰ ਉਹ ਸੋਚਦੇ ਨੇ ਕਿ ਅਸੀਂ ਇੱਥੇ ਰਹਿ ਕੇ ਕਰਨਾ ਕੀ ਹੈਗਾ। ਹਾਂਜੀ ਬਈ ਜੇ ਅਸੀਂ ਆਪਣੇ ਪੇਰੈਂਟਸ ਨੂੰ ਇੱਥੇ ਲਿਆ ਹੀ ਨਹੀਂ ਸਕਦੇ ਤੇ ਅਸੀਂ ਇੱਥੇ ਰਹਿ ਕੇ ਕਰਨਾ ਕੀ ਹੈਗੇ। ਉਹ ਫਿਰ ਕੀ ਕਰਦੇ ਨੇ, ਕੋਈ ਕੈਨੇਡਾ ਭੱਜ ਰਿਹਾ, ਕੋਈ ਆਸਟ੍ਰੇਲੀਆ ਜਾ ਰਿਹਾ। ਦੇਖੋ ਕੀ ਹੈ ਕਿ ਇਹ ਇੱਕ ਚੀਜ਼ ਹੈ ਜਿਹੜੀ ਕਿ ਹਰ ਇਨਸਾਨ ਚਾਹੁੰਦਾ ਹੈ ਕਿ ਅਸੀਂ ਆਪਣੇ ਜਿਹੜੇ ਸਾਡੇ ਬਜ਼ੁਰਗ ਹੈਗੇ ਨੇ ਉਹ ਸਾਡੇ ਨੇੜੇ ਤੇੜੇ ਰਹਿਣ। ਜੀ ਇਹ ਸਿਰਫ ਉਹਨਾਂ ਦੇ ਨੇੜੇ ਤੇੜੇ ਰਹਿਣ ਦਾ ਇੱਕ ਇਹ ਨਹੀਂ ਹੈ ਕਿ ਉਹ ਉਹਨਾਂ ਦੇ ਕੋਲ ਰਹਿੰਦੇ ਨੇ, ਉਹ ਕਿਸ ਤਰ੍ਹਾਂ ਦੀ ਉਹ ਸੋਸ਼ਲ ਸਪੋਰਟ ਦਿੰਦੇ ਨੇ, ਉਹ ਤੇ ਅਮੇਜ਼ਿੰਗ ਹੈਗੀ ਹੈ। ਹਾਂਜੀ ਦੇਖੋ ਇੱਕ ਕਪਲ ਹੈਗਾ, ਹਾਂਜੀ ਯੰਗ ਫੈਮਿਲੀ ਹੈ, ਹਾਂਜੀ ਉਹਨਾਂ ਦੇ ਇੱਕ ਛੋਟਾ ਜਿਹਾ ਬੱਚਾ ਹੋ ਗਿਆ, ਹਾਂਜੀ ਪੈਦਾ ਹੋ ਗਿਆ, ਉਹਨਾਂ ਦੇ ਘਰ ਇੱਕ ਬੱਚਾ ਆਇਆ। ਤੇ ਉਹ ਕੀ ਹੁੰਦਾ ਕਿ ਉਹ ਹੁਣ ਕੰਮ ਤੇ ਵੀ ਜਾਣਾ ਹੈ ਹਾਂਜੀ ਤੇ ਬੱਚੇ ਨੂੰ ਤੁਸੀਂ ਚਾਈਲਡ ਕੇਅਰ ਤੇ ਪਾਉਣਾ ਹੈ। ਹਾਂਜੀ ਉਹ ਛੋਟੇ ਜਿਹੇ ਬੱਚਿਆਂ ਨੂੰ ਨਹੀਂ ਪਾ ਸਕਦੇ। ਉਹ ਜਿਹੜੀ ਸਾਡੀ ਉੱਥੇ ਸਭਿਅਤਾ ਹੈਗੀ, ਜਿਸ ਤਰ੍ਹਾਂ ਸਾਡੀ ਇੱਕ ਸੁਸਾਇਟੀ ਹੈ, ਉਹਦੇ ਵਿੱਚ ਪੇਰੈਂਟ ਜਿਹੜੇ ਹੈਗੇ ਨਾ, ਗ੍ਰੈਂਡ ਪੇਰੈਂਟਸ, ਉਹਨਾਂ ਦਾ ਇੱਕ ਬੜਾ ਵੱਡਾ ਰੋਲ ਹੁੰਦਾ ਹੈ ਕਿ ਜਿਹੜੇ ਆਪਣੇ ਗ੍ਰੈਂਡ ਚਿਲਡਰਨ ਨੂੰ ਉਹਨਾਂ ਨੂੰ ਵੱਡਾ ਕਰਨਾ, ਹਾਂਜੀ ਉਹਨਾਂ ਨੂੰ ਉਹ ਵੈਲਿਊਜ਼ ਪਾਸ ਆਨ ਕਰਨੀਆਂ, ਉਹ ਜਿਹੜੇ ਉਹਨਾਂ ਦੇ ਜਿਹੜੇ ਸੰਸਕਾਰ ਹੈਗੇ ਉਹਨਾਂ ਨੂੰ ਪਾਸ ਆਨ ਕਰਨਾ, ਆਪਣੇ ਜਿਹੜੇ ਬੱਚਿਆਂ ਨੂੰ ਕੀਤਾ ਉਹਨਾਂ ਨਾਲ ਕਨੈਕਟ ਕਰਨਾ। ਮੈਂ ਕਈ ਦੇਖੇ ਨੇ ਗ੍ਰੈਂਡ ਪੇਰੈਂਟਸ ਆਪਣੇ ਜਿਹੜੇ ਪੋਤੇ ਪੋਤਰੀ ਦੋਤਰੇ ਉਹਨਾਂ ਨੂੰ ਉਂਗਲੀਆਂ ਪਕੜ ਕੇ ਉਹਨਾਂ ਨੂੰ ਸਕੂਲ ਲੈ ਕੇ ਜਾਂਦੇ ਨੇ, ਹਾਂਜੀ ਸਕੂਲ ਲੈ ਕੇ ਆਉਂਦੇ ਨੇ ਔਰ ਰਸਤੇ 'ਚ ਗੱਲਾਂ ਕਰਦੇ ਨੇ ਆਪਸ 'ਚ ਹਾਂਜੀ ਕਿ ਵੀ ਅਸੀਂ ਕੀ ਸਾਡੀ ਸੰਸਕਾਰ ਕੀ ਹੈਗੇ, ਸਾਡੀ ਵੈਲਿਊਜ਼ ਕੀ ਹਨ, ਇਹ ਸਭ ਚੀਜ਼ਾਂ ਉਹਨਾਂ ਨੂੰ ਪਾਸ ਆਨ ਕਰਦੇ ਨੇ। ਔਰ ਜਿਹੜੇ ਪੇਰੈਂਟਸ ਹੈਗੇ ਨੇ ਉਹ ਬੜੇ ਮਾਈਂਡਸ ਫਰੀ ਹੁੰਦੇ ਨੇ, ਅਸੀਂ ਕੰਮ ਤੇ ਜਾਵਾਂਗੇ, ਸਾਡੇ ਜਿਹੜੇ ਛੋਟੇ ਬੱਚੇ ਨੇ ਦੇ ਆਰ ਬੀਨ ਲੁਕਡ ਆਫਟਰ, ਉਹਨਾਂ ਦੀ ਕੇਅਰ ਹੋ ਰਹੀ ਹੈ, ਉਹਨਾਂ ਨੂੰ ਕਿਸੇ ਕਿਸਮ ਦੀ ਤਕਲੀਫ ਨਹੀਂ ਹੋਏਗੀ। ਹੁਣ ਡੇ ਕੇਅਰ 'ਚ ਜਾਂਦੇ ਨੇ ਤੇ ਮੈਂ ਅਕਸਰ ਦੇਖਿਆ ਕਿ ਹੁਣ ਜਿਹੜੇ ਯੰਗ ਕਪਲ ਹੈਗੇ ਨੇ ਡੇ ਕੇਅਰ 'ਚ ਜਾਂਦੇ ਨੇ, ਉਹਨਾਂ ਦੇ ਬੱਚੇ ਜਦੋਂ ਵਾਪਸ ਆਉਂਦੇ ਨੇ ਕੋਈ ਨਾ ਕੋਈ ਏਲਮੈਂਟ ਲੈ ਕੇ ਆ ਜਾਂਦੇ ਨੇ, ਕੋਈ ਬਿਮਾਰੀ ਲੈ ਕੇ ਆ ਜਾਂਦੇ, ਬਈ ਕੋਈ ਜ਼ੁਕਾਮ ਹੋ ਗਿਆ, ਸਰਦੀ ਹੋ ਗਈ, ਜੋ ਵੀ ਹੋ ਗਿਆ। ਤੇ ਉਹ ਫਿਰ ਕੀ ਹੁੰਦਾ, ਇੱਕ ਪੇਰੈਂਟ ਨੂੰ ਤਾਂ ਫਿਰ ਘਰ ਰਹਿਣਾ ਪੈਂਦਾ ਹਾਂਜੀ ਜਾਂ ਉਹਨਾਂ ਨੂੰ ਆਪਣੇ ਕੰਮ ਤੇ ਬੈਠੇ ਨੇ ਤਾਂ ਉਹਨਾਂ ਨੂੰ ਜਾ ਕੇ ਲੈ ਕੇ ਆਉਣਾ ਪੈਂਦਾ ਹੈ। ਤੇ ਤੁਸੀਂ ਇਹ ਦੇਖੋ ਕਿ ਜਿਹੜੇ ਸਾਡੇ ਬਜ਼ੁਰਗ ਹੈਗੇ ਉਹ ਕਿੰਨਾ ਇੰਪੋਰਟੈਂਟ ਰੋਲ ਪਲੇ ਕਰ ਰਹੇ ਨੇ। ਹਾਂਜੀ ਤੇ ਅਗਰ ਉਹਨਾਂ ਨੂੰ ਕਿਸੇ ਕਿਸਮ ਨਾਲ ਵੀ ਰਿਸਟ੍ਰਿਕਟ ਕਰਨੇ ਆ ਤੇ ਪੂਰੀ ਕਮਿਊਨਿਟੀ ਦੇ ਅਗੇਂਸਟ ਜਾ ਰਹੇ ਨੇ, ਹਾਂਜੀ ਕਿਉਂਕਿ ਉਹ ਨਾ ਉਹਨਾਂ ਦਾ ਕੰਮ ਨੂੰ ਧਿਆਨ ਲੱਗਣਾ ਹਾਂਜੀ ਤੇ ਨਾ ਮਤਲਬ ਦੇ ਕੈਨਟ ਲੁੱਕ ਆਫਟਰ ਦੇਅਰ ਪੇਰੈਂਟਸ, ਦੇ ਕੈਨਟ ਲੁੱਕ ਆਫਟਰ ਦੇਅਰ ਚਿਲਡਰਨ। ਹਾਂਜੀ ਤੇ ਇਹ ਸਭ ਇੱਕ ਬੜੀ ਇੱਕ ਲੂਜ਼ਿੰਗ ਸਿਚੁਏਸ਼ਨ ਹੈਗੀ ਹੈ। ਹਾਂਜੀ ਤੇ ਮੈਂ ਤੇ ਬੜਾ ਸਟਰੋਂਗਲੀ ਬਿਲੀਵ ਕਰਨਾ ਕਿ ਜਿਹੜੇ ਪੇਰੈਂਟਸ ਹਨ ਦੇ ਮਸਟ ਕਮ ਬੈਕ। ਹਾਂਜੀ ਦੇ ਇੱਥੇ ਹਨ ਤਾਂ ਠੀਕ ਹੈ, ਜੇ ਨਹੀਂ ਆ ਪਾ ਰਹੇ ਤਾਂ ਉਹਨਾਂ ਨੂੰ ਆਉਣ ਦੇਣਾ ਚਾਹੀਦਾ ਹੈ। ਹਾਂਜੀ ਗੌਰਮੈਂਟ ਬੜੀ ਦੇਖੋ ਕੋਈ ਇਸੇ ਨਟ ਸੇ ਕੋਈ ਰਾਕਟ ਸਾਇੰਸ ਤੇ ਹੈ ਨਹੀਂ। ਜੇ ਤੁਸੀਂ ਪੇਰੈਂਟਸ ਨੂੰ ਤੁਸੀਂ ਇੱਥੇ ਲੈ ਕੇ ਆਉਂਦੇ ਹੋ, ਉਹਨਾਂ ਨੂੰ ਤੁਸੀਂ ਜਿਹੜੀ ਚੀਜ਼ ਜ਼ਰੂਰਤਾਂ ਹੈਗੀਆਂ ਨੇ, ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਇਹ ਨਹੀਂ ਕਰੋ ਜਾਂ ਤੁਸੀਂ ਸਿੰਪਲ ਆਉਣ ਦਿਓ, ਉਹ ਆ ਕੇ ਇੱਥੇ ਟੈਕਸ ਪੇਅਰ ਦਾ ਤੇ ਬਰਡਨ ਬਣਾਏ। ਤੁਸੀਂ ਇਸ ਤਰ੍ਹਾਂ ਦਾ ਵੀਜ਼ਾ ਦਿਓ ਕਿ ਜਿਹੜਾ ਕਿ ਉਹ ਇੱਥੇ ਆ ਕੇ ਰਹਿ ਸਕਣ ਔਰ ਉਹਨਾਂ ਦੇ ਬੱਚਿਆਂ ਤੇ ਜ਼ਿੰਮੇਵਾਰੀ ਹੋਣੀ ਚਾਹੀਦੀ, ਉਹਨਾਂ ਦੀ ਇੰਸ਼ੋਰੈਂਸ ਹੋ ਗਈ ਜਾਂ ਉਹਨਾਂ ਦੀ ਵੈਲਬੀਇੰਗ। ਹਾਂਜੀ ਆਪਾਂ ਉਸ ਪਾਰਟਿਕੂਲਰ ਪੱਖ ਤੇ ਅੱਗੇ ਜਾ ਕੇ ਦਰਸ਼ਕਾਂ ਤੇ ਮੁਖਾ ਤੇ ਬੋਲਨੇ। ਤੇ ਸੰਨੀ ਭਾਜੀ ਸਵਾਗਤ ਹੈ ਮੁੜ ਤੋਂ। ਤੇ ਭਾਜੀ ਇੱਕ ਨੁਕਤਾ ਟੱਚ ਕਰਨਾ ਚਾਹੁੰਦੇ ਕਿ 2018 ਦੀ ਜਿਹੜੀ ਰੀਸੈਂਟਲੀ ਜਿਹੜੀ ਲਾਸਟ ਮਰਦਮਸ਼ੁਮਾਰੀ ਹੋਈ, ਉਹਦੇ ਵਿੱਚ ਭਾਜੀ 28% ਤਕਰੀਬਨ ਪੁਆਇੰਟ ਸਿਸਟਮ ਮਤਲਬ ਲਾ ਕੇ 28% ਐਸੇ ਲੋਕ ਇੱਥੇ ਨਿਊਜ਼ੀਲੈਂਡ ਦੀ ਧਰਤੀ ਤੇ ਨੇ ਜਿਹੜੇ ਓਵਰਸੀਜ਼ ਬੌਰਨ ਨੇ। ਉਹਦੇ ਵਿੱਚ ਸਟੂਡੈਂਟ ਵੀ ਲਗਾ ਲਓ, ਵਰਕ ਪਰਮਿਟ ਵੀ ਲਗਾ ਲਓ, ਸਿਟੀਜ਼ਨ ਵੀ ਲਗਾ ਲਓ, PR ਵੀ ਲਗਾ ਲਓ, 28% ਵਿਚ ਇਜ਼ ਅ ਗੁੱਡ ਫਿਗਰ ਮੈਂ ਕਹੂੰਗਾ। ਹੁਣ ਭਾਜੀ ਤੁਸੀਂ ਜਿਹੜਾ ਮਤਲਬ ਕਿ ਰਿਟੇਲਰ ਬਿਜ਼ਨਸ ਜਿਹੜਾ ਜਿਹਦੇ 'ਚ ਡੇਅਰੀ ਸ਼ਾਪਸ ਨੇ, ਈਵਨ ਮੈਂ ਕਹੂੰਗਾ ਟੈਕਸੀ ਵੀ ਹੈ ਜਾਂ ਹੋਰ ਇਸ ਲੈਵਲ 'ਤੇ ਜਿਹੜੇ ਬਿਜ਼ਨਸਿਸ ਨੇ, ਤੁਸੀਂ ਇੱਕ ਜਿੰਨਾ ਯਤਨਸ਼ੀਲ ਰਹੇ ਹੋ, ਤੁਸੀਂ ਤਾਂ ਇੱਕ ਚਿਹਰਾ ਬਣ ਗਏ ਹੋ ਨੈਸ਼ਨਲ TV 'ਤੇ, ਤੁਹਾਡੇ ਕਿੰਨਾ ਤੁਸੀਂ ਆਵਾਜ਼ ਚੁੱਕਦੇ ਹੋ ਕਰਦੇ ਹੋ। ਤੇ ਜਿਹੜੀ ਹੁਣ ਭਾਜੀ ਇਹ ਮਾਈਗ੍ਰੇਸ਼ਨ ਪੋਲਿਸੀ ਆਈ ਹੈ ਔਰ ਜੋ ਇਹ ਪੋਲਿਸੀ ਜਿਹੜੇ ਇਹਦੇ ਪੋਲਿਸੀ ਮੇਕਰਸ ਨੇ ਉਹ ਇਸ ਚੀਜ਼ ਨੂੰ ਜਦੋਂ ਘੜਦੇ ਨੇ ਤੇ ਤੁਸੀਂ ਇੱਧਰ 28% ਚੋਂ ਜਿੰਨੀ ਵੀ ਆਪਾਂ ਲਗਾ ਲਈਏ ਕਿ ਨੌਨ ਇੰਡੀਅਨਸ ਵੀ ਉਹਦੇ 'ਚ ਜ਼ਰੂਰ ਹੈਗੇ ਨੇ ਤੇ ਤੁਸੀਂ ਇਹਨਾਂ ਦੀ ਜ਼ਮੀਨੀ ਹਕੀਕਤ ਨਾਲ ਜੁੜੇ ਹੋ। ਤੁਸੀਂ ਭਾਜੀ ਐਗਰੀ ਕਰਦੇ ਹੋ ਕਿ ਜਿਹੜੀ ਮਾਈਗ੍ਰੇਸ਼ਨ ਪੋਲਿਸੀ ਹੈ ਉਹਨਾਂ ਦੀ ਪ੍ਰੋਬਲਮਸ ਨੂੰ ਮੁੱਖ ਰੱਖ ਕੇ ਇਹ ਘੜੀ ਗਈ ਹੈ? ਬਹੁਤ ਬਹੁਤ ਸ਼ੁਕਰੀਆ ਉੱਤਮ ਜੀ। 2 ਪੁਆਇੰਟ ਨੇ ਇਹਦੇ ਵਿੱਚ। ਨੰਬਰ 1, ਜਿਹੜਾ ਨਿਊਜ਼ੀਲੈਂਡ ਐਜ਼ ਅ ਕੰਟਰੀ ਵੀ ਆਰ ਬੇਸਡ ਔਨ ਇਮੀਗ੍ਰੇਸ਼ਨ। ਇਹ ਕੰਟਰੀ ਜਿਹੜੀ ਹੈਗੀ ਹੈ ਇਮੀਗ੍ਰੇਸ਼ਨਸ ਦੇ ਬੇਸ 'ਤੇ ਬਣੀ ਹੈ, ਉਹ ਇਮੀਗ੍ਰੈਂਟਸ ਨੇ ਬਣਾਈ ਹੈ। ਤੁਸੀਂ ਹਿਸਟਰੀ ਚੁੱਕ ਕੇ ਦੇਖ ਲਓ,
ਉਹ ਜਿਹਨੂੰ ਕਹਿੰਦੇ ਨੇ ਕਿ ਕੋਈ ਤੇ ਲੋਕ ਵੋਟਾਂ ਤੇ ਆਇਆ, ਕੋਈ ਸ਼ਿਪ ਤੇ ਆਇਆ, ਕੋਈ ਬਾਈ ਐਰੋ ਇੰਨੀ ਹਾਈ ਪਰਸੈਂਟ ਹੈਗੀ ਹੈ 28% ਪੂਰੇ ਨਿਊਜ਼ੀਲੈਂਡ ਵਿੱਚ ਜਿਹੜੀ ਹੈਗੀ ਹੈ ਦੇ ਓਵਰਸੀਜ਼ ਬੋਰਨ। ਆਕਲੈਂਡ ਇਟਸੈਲਫ ਇੱਥੇ 40% ਤੋਂ ਜ਼ਿਆਦਾ ਜਿਹੜੇ ਹੈਗੇ ਆ ਰੈਜ਼ੀਡੈਂਟਸ ਦੇ ਆਰ ਓਵਰਸੀਜ਼ ਬੋਰਨ। ਤੇ ਇਹ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਜੋ ਇਮੀਗ੍ਰੈਂਟਸ ਇੱਥੇ ਆਏ ਹੈ, ਅੱਜ ਅਗਰ ਨਿਊਜ਼ੀਲੈਂਡ ਇੱਕ ਉੱਨਤ ਦੇਸ਼ ਹੈਗਾ ਹੈ, ਇੰਨਾ प्रोग्रेसिव और एक फर्स्ट वर्ल्ड कंट्री देश हैगा है, सो ये इन्हां माइग्रेंट्स ने ही बनाई है, इमीग्रेंट्स ने बनाई है, उन्हां दी स्किल्स ने बनाई है। एंड अज दी डेट विच भी तुसी देखो कि अगर ऑन एन एवरेज भावें वो इंडियन इमीग्रेंट्स हैगे आ, जनरली इंडियन एंड एशियन इमीग्रेंट्स की गल कर रहा मैं, दे आर कंट्रीब्यूटिंग ट्वाइस टू द GDP। अगर ਇੱਥੇ 4% 4.5% ਇੰਡੀਅਨ ਹੈਗੇ ਹੈ, ਦੇ ਆਰ ਕੰਟਰੀਬਿਊਟਿੰਗ 9% ਟੂ ਦ GDP ਆਫ ਨਿਊਜ਼ੀਲੈਂਡ। ਹਾਂਜੀ, ਇਹ ਐਡੀ ਵੱਡੀ ਜਿਹੜੀ ਉਹਨਾਂ ਦੀ ਕੰਟਰੀਬਿਊਸ਼ਨ ਹੈਗੀ ਟੂ ਇਸ ਕੰਟਰੀ 'ਚ, ਠੀਕ ਹੈ। ਸੋ ਜਿਹੜੇ ਤੁਸੀਂ ਕ੍ਰਿਮੀਨਲਸ ਦੀ ਗੱਲ ਕੀਤੀ ਹੈ, ਉਹ ਇਹਨਾਂ ਇਮੀਗ੍ਰੈਂਟਸ ਨਾਲ ਕੋਈ ਕ੍ਰਾਈਮ ਦੇ ਨਾਲ ਕੋਈ ਮਤਲਬ ਨਹੀਂ ਹੈ। ਦੇ ਆਰ ਹੇਅਰ ਫॉर ਦੀ ਕੰਸਟਰਕਟਿਵ ਸਾਈਡ, ਦੇ ਆਰ ਹੇਅਰ ਟੂ ਕੰਟਰੀਬਿਊਟ ਟੂ ਆਰ ਇਕੋਨਮੀ। ਮੇਰਾ ਪੁਆਇੰਟ ਭਾਜੀ ਇਹ ਸੀ ਕਿ ਕਿਉਂਕਿ 28% ਜਿੱਦਾਂ ਬਾਹਰੋਂ ਆਏ ਨੇ ਤੇ ਉਹਨਾਂ ਚੋਂ ਜ਼ਿਆਦਾਤਰ ਪਹਿਲਾਂ ਜਿਹੜਾ ਇਹਨਾਂ ਕਿੱਤਿਆਂ ਦੇ ਵਿੱਚ ਉਹ ਸ਼ਾਮਿਲ ਹੁੰਦੇ ਨੇ ਤੇ ਇਹ ਕਿੱਤੇ ਬੜੇ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਮੇਨ ਸਟ੍ਰੀਮ ਯੂਰੋਪੀਅਨ ਕੀਵੀਜ਼ ਦੀ ਵੀ ਲਾਈਫ ਨੂੰ ਉਹ ਉਹਨਾਂ ਦਾ ਇੱਕ ਪਾਰਟ ਆਫ ਲਾਈਫ ਹੈ। ਮਤਲਬ ਸਵੇਰੋ ਸਵੇਰ ਜੇ ਦੁੱਧ ਬ੍ਰੈਡ ਖਤਮ ਹੈ ਤੇ ਉਹਨਾਂ ਨੇ ਪਹਿਲਾਂ ਜਾ ਕੇ ਉਹਨਾਂ ਮਾਈਗਰੈਂਟਸ ਨੂੰ ਹੀ ਜਾ ਕੇ ਦੁਆ ਸਲਾਮ ਕਰਨੀ, ਆਪਣਾ ਬ੍ਰੈਡ ਦੁੱਧ ਲੈਣਾ ਤੇ ਫਿਰ ਉਹਨਾਂ ਨੇ ਆਪਣਾ ਦਿਨ ਸ਼ੁਰੂ ਕਰਨਾ। ਤੇ ਕੀ ਸਰਕਾਰਾਂ ਨੂੰ ਇਸ ਚੀਜ਼ ਦੀ ਅਹਿਮੀਅਤ ਨਹੀਂ ਪਤਾ ਕਿ ਉਹ ਕਿਉਂ ਇਸ ਚੀਜ਼ ਨੂੰ ਇਗਨੋਰ ਕਰ ਰਹੇ ਨੇ? ਕਿ ਉਹ ਇਹਨਾਂ ਨੂੰ ਸਮਝਦੇ ਨੇ ਕਿ ਇਹਨਾਂ ਚੋਂ ਹੀ ਅੱਗੇ ਆ ਕੇ ਕ੍ਰਾਈਮ ਕਰਦੇ? ਕਿਉਂ ਉਹ ਧੱਕਾ ਕਰ ਰਹੇ ਨੇ ਮਾਈਗ੍ਰੇਸ਼ਨ ਪਾਲਿਸੀ ਇਹਨਾਂ ਲੋਕਾਂ ਨਾਲ ਜਿਹੜੇ ਕਿ ਪ੍ਰਵਾਸੀ ਨੇ? ਇਹ ਇਸ ਤਰ੍ਹਾਂ ਲੱਗਦਾ ਕਿ ਜਿਹੜੀ ਇਹ ਪਰਟੀਕੂਲਰ ਸਰਕਾਰ ਹੈਗੀ ਹੈ, ਦੇ ਆਰ ਟੋਟਲੀ ਆਊਟ ਆਫ ਟੱਚ ਵਿਦ ਦ ਰਿਐਲਿਟੀਜ਼, ਕਿਉਂਕਿ ਇਹ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਇਹਨਾਂ ਨੇ ਬਣਾਈ ਹੈ, ਇਟ ਇਜ਼ ਅਨਫੇਅਰ, ਠੀਕ ਹੈ ਜੀ। ਸੋ ਬੇਸਿਕਲੀ ਦੇ ਨੀਡ ਟੂ ਬ੍ਰਿੰਗ ਮੋਰ ਮਾਈਗ੍ਰੈਂਟਸ, ਜਿਹੜੇ ਮੋਰ ਸਕਿਲਡ ਵਰਕਰਸ, ਜੋ ਕਿ ਅਸੀਂ ਇਸ ਕੰਟਰੀ ਨੂੰ ਲੋੜ ਹੈਗੀ ਹੈ। ਜਿਹੜਾ ਤੁਸੀਂ ਗੱਲ ਕੀਤੀ ਹੈ ਕਿ ਵਰਕਰਸ ਜਿਹੜੇ ਹੈਗੇ ਆ ਸਾਡੇ ਅੱਜ ਵੀ ਡੇਟ ਦੇ ਫਸੇ ਪਏ ਆ, ਬਾਹਰ ਬੈਠੇ ਹੋਏ ਆ, ਉਹ ਤੁਸੀਂ ਦੇਖੋ ਕਿ ਉਹ ਇੱਥੇ ਪੜ੍ਹਨ ਆਏ, ਦੇ ਬ੍ਰੌਟ ਦ ਮਨੀ, ਉਹਨਾਂ ਨੇ ਇੱਥੇ ਐਜੂਕੇਸ਼ਨ ਲਿੱਤੀ, ਦ ਸਕਿੱਲਸ ਜੋ ਉਹਨਾਂ ਨੇ ਇੱਥੇ ਪੜ੍ਹੀਆਂ, ਦੇ ਹੈਵ ਲਰਨਡ ਦੀ ਨਿਊਜ਼ੀਲੈਂਡ ਸਕਿੱਲਸ, we have taught them our skills. Now when they were ready to with those skills ਸਾਡੀ economy contribute ਕਰਨ ਵਾਸਤੇ, now they have been shown the door outside, they are not back. ਔਰ ਅੱਜ ਦੀ ਡੇਟ we are struggling, the business is struggling, the economy is struggling without those important skills. So that is telling you ਕਿ ਜਿਹੜੀ ਗਵਰਨਮੈਂਟ ਸਾਡੀ ਹੈਗੀ ਹੈ, they have no idea how to run the economy. If they had the idea, so ਜਿਹੜੇ ਉਹ skilled workers ਹੈਗੇ ਹੈ, ਜਿਹੜੀ ਸਾਨੂੰ ਅੱਜ ਦੀ ਡੇਟ 'ਚ ਲੋੜ ਹੈਗੀ ਹੈ, ਜਿਨ੍ਹਾਂ ਨੇ ਉਹ ਸਕਿੱਲਸ ਇੱਥੇ ਸਿੱਖੀਆਂ ਹੈ, ਦੇ ਨੀਡ ਟੂ ਬੀ ਹੀਅਰ ਐਂਡ ਦੇਅਰ ਪੇਰੈਂਟਸ ਨੀਡ ਟੂ ਬੀ ਹੀਅਰ। ਜੀਤ ਭਾਜੀ ਨੇ ਬਿਲਕੁਲ ਸਹੀ ਕਿਹਾ ਕਿ ਮੈਂ ਇੱਕ ਹੋਰ ਐਡ ਕਰਨਾ ਚਾਹ ਰਿਹਾ ਜੀਤ ਭਾਜੀ ਦੇ ਪੁਆਇੰਟ ਵਿੱਚ, ਜਿਹੜੇ ਵੀ ਪੇਰੈਂਟਸ ਆਉਂਦੇ ਨੇ ਉਹ ਇੱਥੇ ਦੀ ਇਕੋਨਮੀ 'ਚ ਅਗੇਨ ਐਡ ਕਰ ਰਹੇ ਨੇ, ਕਿਉਂਕਿ ਜਿਹੜੀ ਸਾਡੇ ਇਮੀਗ੍ਰੈਂਟਸ ਹੈ, ਦੇ ਆਰ ਕੁਆਇਟ ਯੰਗ ਵਰਕਿੰਗ ਕਲਾਸ ਹੈ, ਉਹਨਾਂ ਦੇ ਪੇਰੈਂਟਸ ਵੀ ਜ਼ਿਆਦਾ ਬਜ਼ੁਰਗ ਨਹੀਂ ਹੈ, ਦੇ ਆਰ ਸਟਿਲ ਇਨ ਐਨ ਏਜ ਆਫ ਵਰਕਿੰਗ, ਮੈਨੀ ਆਫ ਦੈਮ ਆਰ ਵਰਕਿੰਗ ਹੀਅਰ, ਉਹ ਦੇ ਆਰ ਐਡਿੰਗ ਵੈਲਿਊ ਟੂ ਆਰ ਇਕੋਨਮੀ, ਉਹ ਵੀ ਟੈਕਸ ਪੇ ਕਰ ਰਹੇ ਨੇ। ਸੋ ਇਟਸ ਅ ਵਿਨ ਸਿਚੁਏਸ਼ਨ। ਮੈਂ ਕਿਹਾ ਭਾਜੀ ਦਲਜੀਤ ਸਿੰਘ ਜੀ ਕੁਝ ਕਹਿਣਾ ਚਾਹ ਰਹੇ ਇਸ ਪੁਆਇੰਟ ਤੇ? ਕੁਝ ਨਹੀਂ ਮੈਂ ਤਾਂ ਦੋਨਾਂ ਵੀਰਾਂ ਨਾਲ ਬਿਲਕੁਲ ਐਗਰੀ ਹਾਂ ਇਸ ਪੇਰੈਂਟਸ ਪਾਲਿਸੀ ਦੇ ਉੱਪਰ, ਬਟ ਬੀਇੰਗ ਏਸ਼ੀਅਨ ਕਮਿਊਨਿਟੀ ਜਿਹੜਾ ਪ੍ਰਪੋਜ਼ਲ ਗਵਰਨਮੈਂਟ ਨੂੰ ਅਸੀਂ ਦੱਸ ਰਹੇ ਹਾਂ, ਉਹਦੇ ਨਾਲ ਸਰਕਾਰ ਨੂੰ ਨੁਕਸਾਨ ਕੀ ਹੋ ਰਿਹਾ ਸਾਨੂੰ ਤੇ ਨਹੀਂ ਸਮਝ ਅਜੇ ਤੱਕ ਆਈ। ਕਿ ਅਸੀਂ ਕਹਿ ਰਹੇ ਹਾਂ ਕਿ ਜੇ ਕਿਸੇ ਪੇਰੈਂਟਸ ਨੇ ਆਉਣਾ, ਉਹਦੇ ਲਈ ਅਗਰ ਤੁਸੀਂ 10 years ਕੰਪਲਸਰੀ ਮੈਡੀਕਲ ਇੰਸ਼ੋਰੈਂਸ ਰੱਖ ਦਿਓ, ਉਹਨੂੰ ਤੁਸੀਂ 10 to 15 year ਦਾ ਟਾਈਮ ਦੇ ਦਿਓ ਕਿ ਉਹ ਕਿਸੇ ਵੀ ਜਿਹੜੀ ਵੈਲਫੇਅਰ ਸਰਵਿਸ ਹੈ ਉਹਦੇ ਤੱਕ ਉਹ ਜਿਹੜੀ ਐਕਸੈਸ ਨਹੀਂ ਕਰ ਸਕਦਾ। ਸੋ ਜਿਹੜੇ ਸਪੌਂਸਰਸ ਆ ਉਹ ਉਹਨਾਂ ਨੂੰ ਮੇਨਟੇਨ ਕਰਨਗੇ।
ਤਾਂ ਫਿਰ ਸਰਕਾਰ ਦੇ ਉੱਪਰ ਕਿਸ ਚੀਜ਼ ਦਾ ਉਹ ਬੋਝ ਬਣਨਾ ਚਾਹੁੰਦੇ ਆ, ਜਾਂ ਕੀ ਉਹ ਇਹਦਾ ਨੁਕਸਾਨ ਜਿਹੜਾ ਇੱਥੋਂ ਦੇ ਲੋਕਾਂ ਦਾ ਟੈਕਸ ਪੇਅਰ ਦੇ ਉੱਪਰ ਆਊਗਾ। ਸਗੋਂ ਉਹ ਤਾਂ ਇੱਥੇ ਆਣ ਕੇ, ਜਿਵੇਂ ਸਨੀ ਭਾਈ ਨੇ ਕਿਹਾ, ਉਹ ਇੱਥੇ ਆਣ ਕੇ ਸਗੋਂ ਉਹ ਹੋਰ ਉਹਦੇ 'ਚ ਐਡ ਕਰ ਰਿਹਾ ਵੈਲਿਊ ਕਿ 10 ਸਾਲ 'ਚ ਪੇਰੈਂਟਸ ਨੇ ਖੁਦ ਵੀ, ਇੱਕ ਪੇਰੈਂਟਸ ਕੰਮ ਵੀ ਕਰਦਾ ਹੋਊ ਉਹਨਾਂ 'ਚੋਂ। ਇੱਦਾਂ ਦੀ ਹਾਲਤ ਦੇ ਵਿੱਚ ਪੇਰੈਂਟਸ ਆਮ ਤੌਰ 'ਤੇ ਅੱਜ ਕੱਲ੍ਹ ਆ ਰਹੇ ਆ। ਸੋ ਆਈ ਥਿੰਕ ਪੇਰੈਂਟਸ ਪਾਲਿਸੀ ਸਾਡੇ ਪਰਸਨਲੀ ਕਲਚਰ ਨੂੰ, ਬੈਕਗਰਾਊਂਡ 'ਤੇ ਸਾਡਾ ਹੈ ਹੀ ਇਹੋ ਜਿਹਾ ਕਿ ਸਾਡੇ ਲੋਕਾਂ ਦਾ ਬਿਨਾਂ ਪੇਰੈਂਟਸ ਤੋਂ ਰਹਿਣਾ ਜਿਹੜਾ ਉਹ ਮੁਮਕਿਨ ਆ। ਔਰ ਇਹ ਪਾਲਿਸੀ ਅਗਰ ਨਾ ਖੁੱਲੀ ਤਾਂ ਇੱਥੇ ਜਿਹੜਾ ਸਾਡੇ ਰਹਿ ਰਹੇ ਲੋਕ ਆ, ਉਹਨਾਂ ਨੂੰ ਵੀ ਆਪਣਾ ਜਿਹੜਾ ਫਿਊਚਰ ਉਹ ਡਿਸਾਈਡ ਕਰਨਾ ਪਊਗਾ ਕਿ ਅਸੀਂ ਕਿਵੇਂ ਅੱਗੇ ਚੱਲਣਾ। ਆਈ ਥਿੰਕ ਇੱਕ ਬਹੁਤ ਇੰਪੋਰਟੈਂਟ ਜਿਹੜੀ ਚੀਜ਼ ਹੈ ਨਾ, ਕਿ ਹੁੰਦਾ ਕੀ ਹੈ ਕਿ ਜਿਹੜੀ ਕੋਈ ਵੀ ਗਵਰਨਮੈਂਟ ਹੈਗੀ ਹੈ, ਉਹ ਆਪਣੇ ਚਾਰ ਦੀਵਾਰੀ 'ਚ ਬੈਠ ਕੇ ਨਾ ਪਾਲਿਸੀ ਬਣਾ ਲੈਂਦੇ ਨੇ, ਉਹਦਾ ਇਫੈਕਟ ਕਮਿਊਨਿਟੀ ਨੂੰ ਕੀ ਹੋਏਗਾ, ਦੇ ਆਰ ਆਊਟ ਆਫ ਟੱਚ। ਹੋਣਾ ਕੀ ਚਾਹੀਦਾ ਹੈ ਕਿ ਦੇਖੋ ਇਹ ਜਿਹੜੇ ਕਮਿਊਨਿਟੀ ਦੇ ਰਿਪਰੈਜ਼ੈਂਟੇਟਿਵ ਹੈਗੇ ਨੇ, ਕਮਿਊਨਿਟੀ ਲੀਡਰਸ ਹੈ, ਵੈਲਿਊਬਲ ਪੀਪਲ ਹੈਗੇ ਨੇ, ਤੁਸੀਂ ਉਹਨਾਂ ਨਾਲ ਇੰਗੇਜ ਕਰੋ, ਉਹਨਾਂ ਨਾਲ ਬੈਠ ਕੇ ਗੱਲਬਾਤ ਕਰੋ। ਜ਼ਮੀਨੀ ਹਕੀਕਤ ਨਾਲ ਤੁਸੀਂ ਜੁੜੇ ਹੋ ਨਾ। ਅਸੀਂ ਗ੍ਰਾਸ ਰੂਟ ਲੈਵਲ ਤੇ ਕੰਮ ਕਰ ਰਹੇ ਹਾਂ, ਸਾਡੇ ਨਾਲ ਗੱਲ ਤੇ ਕਰੋ, ਆ ਕੇ ਅਸੀਂ ਤੁਹਾਨੂੰ ਦੱਸਾਂਗੇ ਕਿ ਕੀ ਸਹੀ ਹੈ ਕਿ ਨਹੀਂ ਹੈ। ਦਲਜੀਤ ਭਾਜੀ ਨੇ ਕਿੰਨੀ ਸੋਹਣੀ ਗੱਲ ਕਹੀ ਹੈ ਕਿ ਸਾਨੂੰ ਤੁਸੀਂ ਲੌਂਗ ਟਰਮ ਵੀਜ਼ਾ ਦੇ ਦਿਓ, ਅਸੀਂ ਗਵਰਨਮੈਂਟ ਤੇ ਯਾਨੀ ਬੋਝਾ ਨਹੀਂ ਪਾਵਾਂਗੇ। ਉਹ ਪੇਰੈਂਟਸ ਨੂੰ ਆਉਂਦੇ, ਤੁਹਾਡਾ ਜਾਂਦਾ ਕੀ ਹੈ, ਇਹ ਕਾਮਨ ਸੈਂਸ ਮਸਟ ਪ੍ਰੀਵੇਲ, ਦੇ ਸ਼ੁਡ ਅੰਡਰਸਟੈਂਡ ਸਿੰਪਲ ਥਿੰਗ ਕਿ ਬਈ ਇਹ ਜਿਹੜੀ ਚੀਜ਼ ਹੈ ਬੜੀ ਬਹੁਤ ਸਿੰਪਲ ਜੀ ਗੱਲ ਹੈਗੀ। ਤਾਂ ਤੁਹਾਡੇ ਤੇ ਕੋਈ ਦੇਖੋ, ਅਗਰ ਤੁਸੀਂ ਮੇਰੇ ਘਰ ਆਉਂਦੇ ਹੋ, ਤੁਸੀਂ ਆਪਣਾ ਖਾਣਾ ਲੈ ਕੇ ਆਉਂਦੇ ਹੋ, ਆਪਣੀ ਕੇਅਰ ਲੈ ਕੇ ਆਉਂਦੇ ਹੋ, ਸਭ ਕੁਝ ਲੈ ਕੇ ਆਉਂਦੇ ਹੋ, ਮੇਰੇ ਘਰ ਤੁਸੀਂ ਕਿੰਨੇ ਵੀ ਦਿਨ ਰਹੋ, ਮੈਨੂੰ ਕੀ ਪ੍ਰੋਬਲਮ ਹੈਗੀ। ਮੈਨੂੰ ਪ੍ਰੋਬਲਮ ਤਾਂ ਹੋਏਗੀ ਜੇ ਸਾਰਾ ਬੋਝਾ ਮੇਰੇ ਤੇ ਪਾਓਗੇ। ਆਈ ਥਿੰਕ ਦੈਟਸ ਦ ਮੇਨ ਥਿੰਗ। ਦਲਜੀਤ ਜੀ ਬਹੁਤ ਸਹੀ ਕਿਹਾ ਜੀਤ ਭਾਜੀ ਨੇ, ਦਲਜੀਤ ਜੀ ਨੇ, ਐਂਡ ਤੁਸੀਂ ਫੈਕਟਸ ਐਂਡ ਫਿਗਰਸ ਉਠਾ ਕੇ ਦੇਖੋ। ਕੋਈ ਵੀ ਪਾਲਿਸੀ ਫੈਕਟਸ ਐਂਡ ਫਿਗਰਸ ਤੇ ਬਣਨੀ ਚਾਹੀਦੀ। ਯੂ ਟੈਲ ਮੀ, ਵੀ ਨੀਡ ਟੂ ਆਸਕ ਦਿਸ ਗਵਰਨਮੈਂਟ ਕਿ ਅੱਜ ਦੀ ਡੇਟ ਵਿੱਚ ਜਾਂ ਪਿਛਲੇ 10 ਸਾਲ ਚੱਕ ਕੇ ਦੇਖ ਲਓ, 20 ਸਾਲ ਚੱਕ ਕੇ ਦੇਖ ਲਓ, ਠੀਕ ਹੈ ਜੀ, ਤੁਸੀਂ ਦੇਖੋ ਕਿ ਤੁਹਾਨੂੰ ਜਿਹੜੇ ਸਾਡੇ ਇਮੀਗ੍ਰੈਂਟਸ ਹੈਗੇ ਜਾਂ ਉਹਨਾਂ ਦੇ ਪੇਰੈਂਟਸ ਜੋ ਵੀ ਇੱਥੇ ਆਇਆ, ਉਹ ਤੁਹਾਨੂੰ ਡੋਲ ਤੇ ਨਜ਼ਰ ਨਹੀਂ ਆਉਣਗੇ, ਠੀਕ ਹੈ। ਦੇ ਆਰ ਨਾਟ ਸਿਟਿੰਗ ਔਨ ਦ ਬੈਨੀਫਿਟਸ, ਇਨ ਫੈਕਟ ਵੀ ਆਰ ਵਰਕਿੰਗ, ਆਰ ਈਵਨ ਦੀ ਦੈਟ ਪੇਰੈਂਟਸ ਜਨਰੇਸ਼ਨ ਇਜ਼ ਆਲਸੋ ਵਰਕਿੰਗ। So we must be thankful to bring those people into our country. ਦਰਸ਼ਕੋ, ਇਹ ਆਪਣਾ ਜੋ ਅੱਜ ਦੀ ਡਿਸਕਸ਼ਨ ਸਾਡੇ 3 ਵਿਦਵਾਨ ਕਮਿਊਨਿਟੀ ਲੀਡਰਸ ਨੇ, ਆਪਣੇ ਫੀਲਡ ਦੇ ਵਿੱਚ ਪੂਰੀ ਮਹਾਰਤ ਹੈ। ਤੁਸੀਂ ਇਹਨਾਂ ਤੋਂ ਹੁਣੇ ਮਾਈਗ੍ਰੇਸ਼ਨ ਪਾਲਿਸੀ ਦੇ ਜਿਹੜੇ ਕੁਝ ਉਹਨਾਂ 'ਚ ਕਮੀਆਂ ਨੇ ਔਰ ਕਿੱਥੇ ਆਪਾਂ ਇੰਪਰੂਵ ਕਰਦੇ, ਉਹ ਤੁਸੀਂ ਸੁਣੀ। ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਆ ਤੇ ਇਸ ਤੋਂ ਬਾਅਦ ਜੋ ਆਪਣੇ ਭਾਈਚਾਰੇ 'ਚ ਵੀ ਕੁਝ ਚੈਲੰਜਿਸ ਹੈ ਉਹਦੇ ਬਾਰੇ ਸਾਨੂੰ ਸਾਡੇ ਗੈਸਟ ਦੱਸਣਗੇ। ਬਣੇ ਰਹੋ ਆਪਣਾ ਟੀਵੀ ਦੇ ਨਾਲ। ਮੁੜ ਤੋਂ ਸਵਾਗਤ ਹੈ ਦਰਸ਼ਕੋ ਤੁਹਾਡਾ। ਅੱਜ ਸਾਡੇ ਨਾਲ ਨੇ ਜੀ ਸਚਦੇਵਾ ਜੀ ਔਰ ਭਾਜੀ ਦਲਜੀਤ ਸਿੰਘ ਜੀ ਤੇ ਵੀਰ ਸਨੀ ਕੌਸ਼ਲ ਜੀ, ਤੇ ਮਾਈਗ੍ਰੇਸ਼ਨ ਪਾਲਿਸੀ ਔਰ ਇਹਦੇ ਫਾਲਆਊਟਸ ਤੇ ਆਪਾਂ ਅੱਜ ਇੱਥੇ ਗੱਲ ਕਰਨ ਲਈ ਆਪਣਾ ਟੀਵੀ ਦੇ ਸਟੂਡੀਓ 'ਚ ਪਹੁੰਚੇ ਹਾਂ। ਫਿਰ ਸਵਾਗਤ ਸੈਕਿੰਡ ਰਾਊਂਡ ਡਿਸਕਸ਼ਨ ਦਾ। ਭਾਜੀ, ਤੁਸੀਂ ਸ਼ਾਇਦ 80 ਦੇ ਦਸ਼ਕ 'ਚ ਨਿਊਜ਼ੀਲੈਂਡ ਆ ਗਏ ਸੀਗੇ ਅਤੇ ਮੈਨੂੰ ਲੱਗਦਾ ਵੀ 35-36 ਸਾਲ ਤੁਹਾਨੂੰ ਹੋ ਗਏ, ਔਰ ਤੁਸੀਂ ਖਾਸ ਕਰ ਮੈਂ ਕਹੂੰਗਾ ਕਿ ਪੰਜਾਬੀ ਭਾਈਚਾਰਾ ਔਰ ਸਾਰਾ ਭਾਰਤੀ ਭਾਈਚਾਰੇ ਦਾ ਜਿਹੜਾ ਸਫ਼ਰ ਰਿਹਾ ਫਰਸ਼ ਤੋਂ ਅਰਸ਼ ਤੱਕ ਦਾ, ਤੁਸੀਂ ਉਹ ਸਾਰੇ ਉਹਦੇ ਬਦਲਦੇ ਮੌਸਮ ਵੀ ਦੇਖੇ ਨੇ। ਅਤੇ ਭਾਜੀ, ਹੁਣ ਜਿੱਦਾਂ ਆਪਣਾ ਭਾਰਤੀ ਭਾਈਚਾਰਾ ਤਕਰੀਬਨ 2,60,000 ਦੇ ਨੇੜੇ ਪਹੁੰਚ ਗਿਆ, ਚਾਈਨੀਜ਼ ਭਾਈਚਾਰੇ ਦੇ ਲਾਗੇ ਚਾਗੇ ਹੀ ਹੈ ਕੰਮ। ਅਤੇ ਭਾਜੀ, ਇੱਕ ਚੀਜ਼ ਦਰਸ਼ਕ ਹਮੇਸ਼ਾ ਸੋਚਦੇ ਨੇ ਕਿ ਆਪਣੇ ਭਾਈਚਾਰੇ ਨੇ ਇੱਕ ਦੇਖੋ ਇੰਟਰਨੈਸ਼ਨਲ ਲੈਵਲ ਦੇ ਫੀਫਾ ਅਪਰੂਵਡ ਜਿਹੜੇ ਖੇਡ ਮੈਦਾਨ ਦਿੱਤੇ ਨੇ ਨਿਊਜ਼ੀਲੈਂਡ ਨੂੰ, ਔਰ ਉਹਦੇ 'ਚ ਇਹ ਵੀ ਦਰਸ਼ਕਾਂ ਨੂੰ ਦੱਸਣਾ ਬਣਦਾ ਹੈ ਕਿ ਜਿਸ ਕੋਸਟ 'ਤੇ ਮੇਨ ਸਟਰੀਮ ਜਿਹੜੇ ਆਪਣਾ ਕੀਵੀਜ਼ ਹੈ ਉਹ ਉਸ ਕੋਸਟ 'ਤੇ ਬਣਾਉਂਦੇ ਨੇ, ਅਤੇ ਉਹਦੇ ਤੋਂ ਕਿੰਨੀ ਹੀ ਘੱਟ ਕੋਸਟ 'ਤੇ ਸਾਡੇ ਭਾਈਚਾਰੇ ਨੇ ਉਹ ਬਣਾ ਕੇ ਖੜ੍ਹਾ ਕੀਤਾ, ਔਰ ਕਿੰਨਾ ਵਧੀਆ ਪ੍ਰਾਈਮ ਮਿਨਿਸਟਰ ਤੱਕ ਮੌਜੂਦਾ ਸਰਕਾਰ ਦੇ ਆਏ ਸੀ, ਸਾਰਾ ਕੁਛ ਹੋਇਆ, ਸਭ ਜਾਣਦੇ ਦਰਸ਼ਕ। ਭਾਜੀ, ਕੁਐਸਚਨ ਇਹ ਹੈਗਾ, ਜਾਂ ਇੱਕ ਬਣਦੀ ਗੱਲ ਦਿਮਾਗ 'ਚ ਆਉਂਦੀ ਆ ਕਿ ਕੀ ਸਿਰਫ ਸਾਡਾ ਭਾਈਚਾਰਾ ਸਰਕਾਰਾਂ ਨੂੰ ਇੱਦਾਂ ਵਰਲਡ ਲੈਵਲ ਦੀ ਚੀਜ਼ਾਂ ਦੇ ਸਕਦਾ, ਉਹਨਾਂ ਤੱਕ ਆਪਣੀ ਆਵਾਜ਼ ਜਾਂਦੀ ਹੈ, ਬਟ ਉਹ ਸੁਣਦੇ ਕਿਉਂ ਨਹੀਂ ਸਾਡੀ ਆਵਾਜ਼, ਸਾਡੇ ਮੁੱਦਿਆਂ ਨੂੰ ਕਿਉਂ ਨਹੀਂ ਉਹ ਸੁਣਦੇ, ਕਿਉਂ ਨਹੀਂ ਪੂਰਾ ਕਰਦੇ? ਮਤਲਬ ਜੀ ਪਿਛਲੇ ਤਕਰੀਬਨ ਮੈਂ ਤੁਹਾਨੂੰ ਕਰੈਕਟ ਕਰਦਾ 33 ਸਾਲ ਸਾਨੂੰ ਨਿਊਜ਼ੀਲੈਂਡ 'ਚ ਹੋ ਗਿਆ। 33 ਸਾਲ ਦੇ ਵਿੱਚ ਮੈਂ ਖੁਦ ਆਪਣੇ ਅੱਖਾਂ ਦੇ ਨਾਲ 3 ਵਾਰ ਜਿਹੜਾ ਉਹ ਅਜਿਹੀਆਂ ਪਾਲਿਸੀਆਂ ਆਉਂਦੀਆਂ ਦੇਖੀਆਂ ਇਸ ਕੰਟਰੀ ਦੇ ਵਿੱਚ ਜਿਹੜੀਆਂ ਸਾਡੇ ਪੱਖ ਦੀਆਂ ਸੀ। ਪਰ ਪਿਛਲੇ ਤਕਰੀਬਨ 13-14 ਸਾਲ ਤੋਂ ਕੋਈ ਵੀ ਪਾਲਿਸੀ ਇਮੀਗ੍ਰੇਸ਼ਨ ਦੀ ਇੱਕ ਵੀ ਪਾਲਿਸੀ ਅਜਿਹੀ ਨਹੀਂ ਆਈ ਜਿਹਦੇ ਨਾਲ ਸਾਡੇ ਭਾਈਚਾਰੇ ਨੂੰ ਕੋਈ ਵੱਡਾ ਫਾਇਦਾ ਹੋਇਆ ਹੋਵੇ, ਐਕਸੈਪਟ ਆ ਜਿਹੜੀ ਇੱਕ ਰੀਸੈਂਟ ਜਿਹੜੀ ਵਨ ਆਫ ਰੈਜ਼ੀਡੈਂਸ ਪਾਲਿਸੀ, ਇਹ ਵੀ ਇੱਕ ਵੱਡੀ ਲੌਬੀ ਤੋਂ ਬਾਅਦ 'ਚ ਜਿਹੜੀ ਆ ਇਹ ਆਈ ਹੈ। ਅਤੇ ਉਹਦੇ 'ਚ
ਜਿੱਥੇ ਸਪੋਰਟਸ ਫੀਲਡਾਂ ਦਾ ਕੰਮ ਉਹ ਭਾਈਚਾਰੇ ਦੀ ਇੱਕ ਇਕੱਤਰਤਾ ਦਾ ਕੰਮ ਸੀ, ਉਹ ਸਰਕਾਰ ਦਾ ਉਹਦੇ 'ਚ ਕੋਈ ਰੋਲ ਨਹੀਂ ਸੀ। ਉਹ 'ਚ ਭਾਈਚਾਰੇ ਨੇ ਇਕੱਠੇ ਹੋ ਕੇ ਉਹ ਚੀਜ਼ਾਂ ਬਣਾਈਆਂ, ਆਪਾਂ ਇਸ ਕੰਟਰੀ 'ਚ ਦਿੱਤੀਆਂ ਜਿਹੜੀਆਂ ਸਾਡੇ ਲਈ ਨਹੀਂ ਬਾਕੀਆਂ ਲਈ ਵੀ ਵਰਤਣ ਦੇ ਯੋਗ ਆ। ਪਰ ਜਿੱਥੇ ਹੁਣ ਇਮੀਗ੍ਰੇਸ਼ਨ ਦੇ ਮਸਲੇ ਆ ਉੱਥੇ ਮੈਂ ਇਹ ਕਹਿਣਾ ਚਾਹਾਂਗਾ ਕਿ ਪੂਰਾ ਕੋਸ਼ਿਸ਼ ਕੀਤੀ, ਪਹਿਲੀ ਵਾਰ 13 ਸਾਲ ਬਾਅਦ ਪੂਰਾ ਏਸ਼ੀਅਨ ਭਾਈਚਾਰਾ ਇਕੱਠਾ ਹੋਇਆ। ਸੰਨੀ ਭਾਜੀ ਤਕਰੀਬਨ ਪਿਛਲੇ 3 ਸਾਲ ਤੋਂ ਇੱਥੇ ਲੌਬੀ ਕਰ ਰਹੇ ਸੀ ਇਮੀਗ੍ਰੇਸ਼ਨ ਦੀ ਜਿਹੜੀ ਆ। ਉਹ ਤੋਂ ਬਾਅਦ 'ਚ 150 ਤੋਂ ਉੱਪਰ 160 ਦੇ ਕਰੀਬ ਆਰਗੇਨਾਈਜੇਸ਼ਨਾਂ ਇਕੱਠੀਆਂ ਬਾਕੀ ਭਾਈਚਾਰਿਆਂ 'ਚੋਂ ਵੀ ਹੋਈਆਂ ਕਿ ਆਪਾਂ ਰਲ ਕੇ ਇੱਕ ਸਾਂਝੇ ਤੌਰ ਤੇ ਇਮੀਗ੍ਰੇਸ਼ਨ ਦਾ ਪੈਨਲ ਬਣਾ ਕੇ ਕੋਈ ਸਾਡੇ ਹੈ ਕੀ ਆ, ਜਿਹੜੇ ਅਸੀਂ ਕੀ ਮੰਗਦੇ ਕੀ ਆ ਇਸ ਕੰਟਰੀ 'ਚ। ਤਾਂ ਅਸੀਂ 4 ਟੌਪਿਕ ਅਜਿਹੇ ਚੁਣੇ ਜਿਹੜੇ ਇਮੀਡੀਏਟਲੀ ਇੱਦਾਂ ਦੇਖੋ ਛੋਟੀਆਂ ਗੱਲਾਂ ਕਈ ਹੁੰਦੀਆਂ ਜਿਨ੍ਹਾਂ ਨੂੰ ਤੁਸੀਂ ਜਦੋਂ ਕਰਦੇ ਹੋ ਡਿਸਕਸ ਉਦੋਂ ਵਿੱਚ ਨੋਰਮਲੀ ਉਹ ਵਿੱਚ ਹੀ ਲੰਘ ਜਾਂਦੀਆਂ, ਪਰ ਜਿਹੜੇ ਵੱਡੇ ਸਾਡੇ ਸੀਗੇ ਕਿ ਇੱਕ ਤਾਂ ਮੰਗ ਬਹੁਤ ਵੱਡੀ ਆ ਪਰ ਕੰਮ ਬਹੁਤ ਛੋਟਾ ਸਰਕਾਰ ਵਾਸਤੇ। ਜਿਹੜੇ ਆਫਸ਼ੋਰ ਸਟਕ ਹੋਏ ਲੋਕ ਸਾਡੇ ਉਹ ਜਿਹਨੂੰ ਇਹ 1000 ਦੇ ਵਿੱਚ ਦੱਸੀ ਜਾ ਰਹੇ ਆ, ਜਿਹੜੇ ਕਿ ਸਾਡੇ ਹਿਸਾਬ ਨਾਲ several hundred ਦੇ ਵਿੱਚ ਰਹਿ ਗਏ ਆ, ਵੀ ਉਹ ਇੱਕ ਆਫਸ਼ੋਰ ਵਾਲਿਆਂ ਨੂੰ ਜਿਹੜਾ ਇਸ ਕੰਟਰੀ 'ਚ ਵਾਪਸ ਲੈ ਕੇ ਆਉਣਾ, ਉਸ ਚੀਜ਼ ਦੇ ਵਿਸਤਾਰ 'ਚ ਹੋ ਜਾ ਰਹੇ। ਭਾਜੀ ਇੱਕ ਰੀਸੈਂਟਲੀ ਥੋੜ੍ਹੇ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਜਿਹੜਾ ਹੈ ਕਿ ਇੱਕ ਮਾਈਕਲ ਵੁੱਡ ਆਨਰੇਬਲ ਮਿਨਿਸਟਰ ਦੇ ਨਾਲ ਤੁਹਾਡੀ ਜੀਤ ਭਾਜੀ ਇੱਕ ਉੱਥੇ ਨਿੱਜੀ ਮੈਂ ਕਹੂੰਗਾ ਮੀਟਿੰਗ, ਕਿਉਂਕਿ ਅਨਾਊਂਸ ਸੀ, ਕਿਤੇ ਪਹਿਲਾਂ ਨਹੀਂ ਦੇਖਿਆ ਗਿਆ। ਤੁਸੀਂ ਥੋੜ੍ਹਾ ਚਾਹੋਗੇ ਕੁਝ ਸ਼ੇਅਰ ਕਰਨਾ ਕਿ ਉੱਥੇ ਤੁਹਾਡਾ ਉਹਨਾਂ ਨਾਲ ਕੀ ਗੱਲ ਹੈ? ਕਿਉਂਕਿ ਮਾਈਕਲ ਵੁੱਡ ਜਿਹੜੇ ਨੇ ਉਹ ਮੇਰੇ ਖਿਆਲ ਸਰਕਾਰ 'ਚ ਤੀਜੇ ਨੰਬਰ ਚੌਥੇ ਨੰਬਰ 'ਤੇ ਆਉਂਦੇ, ਬੜੇ ਪਾਵਰਫੁਲ ਲੇਬਰ ਪਾਰਟੀ 'ਚ ਨੇ, ਅਤੇ ਤੁਹਾਡੀ ਦੋਨਾਂ ਭਰਾਵਾਂ ਦੀ ਉੱਥੇ ਕੀ ਗੱਲਬਾਤ ਹੋਈ, ਤੁਸੀਂ ਜੇ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੋ? ਬਿਲਕੁਲ, ਬੇਸਿਕਲੀ ਮੈਂ ਇੰਨੇ ਦੱਸਣਾ ਚਾਹੁੰਦਾ ਕਿ ਜੇ ਮਿਨਿਸਟਰਾਂ ਨੂੰ ਮਿਲਦੇ ਹਾਂ ਅਸੀਂ ਮਾਈਕਲ ਵੁੱਡ ਨੂੰ ਮਿਲਦੇ ਹਾਂ ਤਾਂ ਮਾਈਕਲ ਵੁੱਡ ਦੇ ਵਿੱਚ ਦੇਖ ਕੇ ਤੁਹਾਨੂੰ ਇਨਸਾਨੀਅਤ ਜਿਹੜੀ ਆ ਉਹ ਦਿਖਣ ਲੱਗ ਪੈਂਦੀ ਆ ਕਿ ਉਹ ਘੱਟੋ ਘੱਟ ਤੁਹਾਡੀ ਗੱਲ ਸੁਣਦੇ ਆ, ਤੁਹਾਡੇ ਨਾਲ ਉਸ ਗੱਲ ਨੂੰ ਰੇਜ਼ ਕਰਨ ਦਾ ਪ੍ਰੋਮਿਸ ਕਰਦੇ ਆ। ਜਦੋਂ ਕਿ ਸਾਡੀ 2 ਮਿਨਿਸਟਰਾਂ ਨਾਲ ਗੱਲ ਹੋਈ ਆ, ਕਈ ਮਿਨਿਸਟਰ ਤਾਂ ਡਾਇਰੈਕਟਲੀ ਜਿਹੜੇ ਉਹਦੇ 'ਚ ਇਨਵੋਲਵ ਹੀ ਨਹੀਂ ਹੋਣਾ ਚਾਹੁੰਦੇ ਕਿ ਸਾਡਾ ਪੋਰਟਫੋਲੀਓ ਨਹੀਂ, ਪਰ ਉਹ ਹਰੇਕ ਭਾਈਚਾਰੇ ਨਾਲ ਇੱਕ ਨਿੱਜੀ ਰਾਬਤਾ ਮਾਈਕਲ ਵੁੱਡ ਰੱਖਦੇ ਆ। ਔਰ ਉਹਨੇ ਜਿਸ ਢੰਗ ਨਾਲ ਸਾਡੀ ਗੱਲ ਕੀਤੀ ਹੈ, ਮੈਂ ਚਾਹਾਂਗਾ ਕਿ ਅਸੀਂ ਉਹਨਾਂ ਤੋਂ ਕੁਝ ਆਸ ਵੀ ਰੱਖਦੇ ਹਾਂ ਅਤੇ ਅਸੀਂ ਦੁਬਾਰਾ ਇੱਕ ਉਹਨਾਂ ਦੇ ਨਾਲ ਡਿਨਰ ਦਾ ਵੀ ਰੱਖ ਰਹੇ ਹਾਂ ਕਿ ਅਸੀਂ ਉਹਨਾਂ ਨਾਲ ਬੈਠ ਕੇ ਉਹਨੂੰ ਲਗਾਤਾਰ ਕੰਟੀਨਿਊ ਜਿਹੜਾ ਮੈਟਰ ਨੂੰ ਰੇਜ਼ ਕਰੀਏ। ਬਹੁਤ ਵਧੀਆ ਜੀ, ਬਹੁਤ ਵਧੀਆ। ਜੀਤ ਭਾਜੀ, ਜਿੱਦਾਂ ਪਹਿਲਾਂ ਹੀ ਦਰਸ਼ਕ ਜਾਣਦੇ ਨੇ, ਤੁਸੀਂ ਜਿਹੜੇ ਭਾਈਚਾਰੇ ਦੇ ਜਿਹੜੇ ਐਲਡਰਸ ਨੇ ਉਹਨਾਂ ਲਈ ਬੜੇ ਕਾਰਜਰਤ ਹੋ, ਬੜੇ ਸ਼ਿੱਦਤ ਦੇ ਨਾਲ ਤੁਸੀਂ ਉਹਨਾਂ ਦੀ ਦੇਖ ਰੇਖ, ਔਰ ਕਿਤੇ ਵੀ ਕੋਈ ਕਿਸੇ ਨੂੰ ਪ੍ਰੋਬਲਮ ਹੁੰਦੀ ਤੁਸੀਂ ਦਿਨ ਰਾਤ ਇੱਕ ਕਰਦੇ ਹੋ। ਭਾਜੀ ਹੁਣ ਜਿੱਦਾਂ ਪਹਿਲਾਂ ਵੀ ਸੰਨੀ ਭਾਜੀ ਅਤੇ ਭਾਜੀ ਦਲਜੀਤ ਸਿੰਘ ਜੀ ਨੇ ਵੀ ਇਹ ਗੱਲ ਕੀਤੀ ਹੈ ਕਿ ਪੇਰੈਂਟਸ ਇੱਥੇ ਹੋਣ ਅਤੇ ਫਿਰ ਪ੍ਰੋਡਕਟੀਵਿਟੀ ਹੀ ਇੱਕ ਪਰਿਵਾਰ ਦੀ ਵੱਧਦੀ ਹੈ, ਮਾਂ ਪਿਓ ਜਿਹੜੇ ਉਹ ਘਰ ਹੈ ਬੱਚੇ ਨੂੰ ਸਾਂਭ ਸਕਦੇ, ਸਾਰੀ ਚੀਜ਼ ਹੈਗੀ ਹੈ। ਭਾਜੀ ਤੁਹਾਨੂੰ ਇਹ ਲੱਗਦਾ ਕਿ ਸਰਕਾਰ ਨੂੰ ਇਹ ਸਾਰੇ ਫਾਇਦੇ ਐਲਡਰਸ ਨੂੰ ਇੱਥੇ ਲਿਆ ਕੇ ਕੀ ਉਹਨਾਂ ਨੂੰ ਇਸ ਚੀਜ਼ ਦੇ ਫਾਇਦੇ ਪਤਾ ਕਿ ਨਹੀਂ ਪਤਾ? ਅਤੇ ਜੇ ਉਹਨਾਂ ਨੂੰ ਇਹ ਪਤਾ ਹੈ ਅਤੇ ਕੀ ਸਰਕਾਰ ਵਾਸਤੇ ਇਹ ਨਹੀਂ ਫਿਰ ਕਹਾਵਤ ਆਉਂਦੀ ਕਿ ਆਪਣੇ ਪੈਰਾਂ 'ਤੇ ਆਪ ਕੁਹਾੜੀ ਮਾਰਨ ਦੇ ਨੇ, ਵੀ ਜਿਨ੍ਹਾਂ ਦਾ ਫਾਇਦਾ ਵੀ ਇਹਨਾਂ ਨੂੰ ਪਤਾ ਵੀ ਇਹ ਬੰਦੇ ਦੇ ਆਉਣ ਦਾ ਫਾਇਦਾ, ਪਰ ਰੋਕੀ ਰੱਖੋ? ਦੇਖੋ ਉੱਤਮ ਜੀ, ਤੁਸੀਂ ਸੁੱਤੇ ਬੰਦੇ ਨੂੰ ਜਗਾ ਸਕਦੇ ਹੋ, ਹਾਂਜੀ, ਜਿਹੜਾ ਮਚਲਾ ਹੈਗਾ ਉਹਨੂੰ ਤੁਸੀਂ ਉਹਦੇ ਵਾਸਤੇ ਕੁਝ ਨਹੀਂ ਕਰ ਸਕਦੇ। ਬਿਲਕੁਲ, ਹਾਂਜੀ। ਮੈਨੂੰ ਤਾਂ ਇਹੀ ਲੱਗ ਰਿਹਾ ਕਿ ਦੇਖੋ ਹੁਣ ਤੁਸੀਂ ਦੇਖੋ ਅਗਰ ਤੁਸੀਂ ਇਹਨਾਂ ਦੇ ਹੋਣ ਦੇ ਨਾਲ ਕਿੰਨੇ ਬੈਨੀਫਿਟ ਹੈਗੇ ਨੇ, ਉਹਦੀ ਤਰ੍ਹਾਂ ਤੁਸੀਂ ਸਿਰਫ ਬਾਰੀਕੀ ਨਾਲ ਧਿਆਨ ਦਿਓ। ਫੈਮਿਲੀ ਨੂੰ ਕਿੰਨਾ ਬੈਨੀਫਿਟ ਹੈ, ਮਾਈਂਡਸ ਫਰੀ ਹੋ ਕੇ ਕੰਮ 'ਤੇ ਜਾ ਸਕਦੇ ਨੇ। ਮੈਂ ਪਹਿਲੇ ਵੀ ਕਿਹਾ ਕਿ ਜਿਸ ਤਰ੍ਹਾਂ ਹੁਣ ਬੱਚਾ ਕੋਈ ਉਹਨਾਂ ਦਾ ਛੋਟਾ ਜਿਹਾ ਬੱਚਾ ਬਿਮਾਰ ਹੁੰਦਾ, ਡੇ ਕੇਅਰ 'ਚ ਹੈਗਾ, ਅਤੇ ਉਹ ਉਹਨਾਂ ਨੂੰ ਆਪਣਾ ਕੰਮ ਛੱਡ ਕੇ ਜਾ ਕੇ ਲੈ ਕੇ ਆਉਣਾ ਪੈਂਦਾ ਹੈ। ਉੱਥੇ ਅਗਰ ਪੇਰੈਂਟਸ ਹੈਗੇ ਤਾਂ ਉਹ ਜਗ੍ਹਾ ਤੁਹਾਡੀ ਫਿਲ ਹੋ ਗਈ। ਔਰ ਕਮਿਊਨਿਟੀ 'ਚ ਇਹਨਾਂ ਦਾ ਕੰਟਰੀਬਿਊਸ਼ਨ, ਜਿਸ ਤਰ੍ਹਾਂ ਕਿ ਇਹਨਾਂ ਨੇ ਸਨੀ ਜੀ ਨੇ ਵੀ ਕਿਹਾ ਕਿ ਦੇ ਆਰ ਇਹ ਨਹੀਂ ਕਿ ਉਹ ਘਰ ਬੈਠੇ ਨੇ। ਮੈਂ ਜਿੰਨੇ ਵੀ ਸਾਡੇ ਸੀਨੀਅਰ ਸਿਟੀਜ਼ਨਸ ਹੈਗੇ ਨੇ ਉਹਨਾਂ ਨੂੰ ਮੈਂ ਜਦੋਂ ਦੇਖਿਆ ਕਿ ਦੇ ਆਰ ਐਕਟਿਵਲੀ ਇਨਵੋਲਵਡ ਇਨ ਦਾ ਕਮਿਊਨਿਟੀ। ਪਹਿਲੀ ਗੱਲ ਤਾਂ ਇਹ ਹੈ ਕਿ ਉਹ ਜਿਸ ਤਰ੍ਹਾਂ ਫੈਮਿਲੀ ਦੀ ਕੇਅਰ ਕਰਦੇ ਹੀ ਕਰਦੇ ਨੇ, ਉਸ ਤੋਂ ਇਲਾਵਾ ਜਿਹੜਾ ਹੈ ਕਿ ਕਮਿਊਨਿਟੀ 'ਚ ਕਿੰਨੀ ਜਗ੍ਹਾ 'ਤੇ ਉਹ ਵੋਲੰਟੀਅਰਿੰਗ ਕਰਦੇ ਨੇ, ਚਾਹੇ ਉਹ ਸਾਲਵੇਸ਼ਨ ਆਰਮੀ ਹੈ, ਡਾਇਬੀਟੀਜ਼ ਇਨ ਨਿਊਜ਼ੀਲੈਂਡ ਹੈ, ਜਾਂ ਹੋਰ ਕਿਸੇ ਵੀ ਸੰਸਥਾ 'ਚ ਜਾ ਕੇ ਵੋਲੰਟਰੀ ਕਰਕੇ ਉਹ ਐਕਟਿਵ ਰਹਿੰਦੇ ਨੇ। ਔਰ ਤੁਸੀਂ ਦੇਖੋ ਐਕਟਿਵ ਰਹਿਣ ਦੇ ਨਾਲ ਕੀ ਹੈ, ਇਨਸਾਨ ਦੀ ਨਾ ਸਿਹਤ ਕਾਇਮ ਰਹਿੰਦੀ ਹੈ, ਉਹ ਦਿਮਾਗ ਵੀ ਠੀਕ ਰਹਿੰਦਾ ਹੈ, ਅਤੇ ਘਰ ਦੇ 'ਚ ਝਗੜੇ ਵੀ ਘੱਟ ਹੁੰਦੇ ਹੈਗੇ ਨੇ। ਤਾਂ ਆਲ ਦਿਸ ਥਿੰਗਸ ਆਰ ਕੰਟਰੀਬਿਊਟਿੰਗ। ਇਹਨਾਂ ਦੀ ਕੰਟਰੀਬਿਊਸ਼ਨ ਨੂੰ ਤੁਸੀਂ ਅਗਰ ਇੱਕ ਤਰਫ ਦਰਗੁਜ਼ਰ ਕਰਦੇ ਹੋ ਅਤੇ ਵਾਟ ਇਜ਼ ਗੋਇੰਗ ਟੂ ਹੈਪਨ, ਅਤੇ ਤੁਸੀਂ ਬਸ ਗੱਲ 'ਤੇ ਨਹੀਂ ਆ ਜਾਂਦੀ ਹੈ। ਦੇਖੋ ਸਰਕਾਰਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਹਨਾਂ ਨੂੰ ਹੋਣ ਦੇ ਨਾਲ ਕਿੰਨਾ ਫਾਇਦਾ ਹੈ ਔਰ ਇਹਨਾਂ ਦੇ ਨਾ ਹੋਣ ਦੇ ਨਾਲ ਨੁਕਸਾਨ ਕਿੰਨਾ ਹੈ। ਅੱਜ ਕਿਉਂ ਤੁਹਾਡੇ ਲੋਕ ਇੱਥੇ ਕੰਟਰੀ ਛੱਡ ਕੇ ਦੂਸਰੇ ਮੁਲਕਾਂ 'ਚ ਜਾ ਰਹੇ ਨੇ? ਇਸ ਕਰਕੇ ਜਾ ਰਹੇ ਨੇ ਬਿਕਾਜ਼ ਕਿ ਉਹਨਾਂ ਦੇ ਪੇਰੈਂਟਸ ਨੂੰ ਤੁਸੀਂ ਆਉਣ ਨਹੀਂ ਦੇ ਰਹੇ, ਔਰ ਉਹ ਕੀ ਕਹਿੰਦੇ ਵੀ ਜਿੱਥੇ ਸਾਡੇ ਪੇਰੈਂਟਸ ਦੀ ਵੈਲਿਊ ਹੋਏਗੀ ਅਸੀਂ ਉੱਥੇ ਜਾਵਾਂਗੇ। ਜਿਸ ਤਰ੍ਹਾਂ ਪਹਿਲੇ ਵੀ ਅਸੀਂ ਕਿਹਾ
ਯਾਰ ਤੁਸੀਂ ਉਹਨਾਂ ਨੂੰ ਆਉਣ ਦਿਓ, ਤੁਸੀਂ ਬੈਠ ਕੇ ਇਹ ਸੋਚੋ ਸਹੀ ਉਹਨਾਂ ਦੇ ਆਉਣ ਦੇ ਨਾਲ ਕਿੰਨਾ ਤੁਹਾਨੂੰ ਫਾਇਦਾ ਹੈ, ਤੇ ਉਹਨਾਂ ਦੇ ਤੁਸੀਂ ਜਿਹੜੇ ਤੁਹਾਨੂੰ ਲੱਗਦਾ ਹੈ ਕਿ ਵੀ ਉਹਨਾਂ ਨੇ ਆ ਕੇ ਤੁਹਾਡੇ ਤੇ ਬੋਝਾ ਬਣਨਾ ਹੈ, ਉਹ ਬੋਝੇ ਨੂੰ ਤੁਸੀਂ ਉਹ ਬਾਈਪਾਸ ਕਰ ਦਿਓ। ਕਿਸ ਤਰ੍ਹਾਂ ਕਰੋ? ਸਿੰਪਲ ਜੀ ਗੱਲ ਹੈ ਜੀ, ਤੁਸੀਂ ਆਪਣੀ ਇੰਸ਼ੋਰੈਂਸ ਲੈ ਕੇ ਆਓ, ਤੁਸੀਂ ਆਪਣਾ ਯਾਨੀ ਤੁਸੀਂ ਇੱਥੇ ਆਪਣਾ ਜੋ ਵੀ ਚੀਜ਼ ਜ਼ਰੂਰਤ ਹੈਗੀ ਔਰ ਬੱਚਿਆਂ ਕੋਲੋਂ ਇੰਸ਼ੋਰੈਂਸ ਲੈ ਲਓ ਵੀ ਲੌਂਗ ਟਰਮ ਅਸੀਂ ਵੀਜ਼ਾ ਦੇਵਾਂਗੇ ਤੁਹਾਡੇ ਪੇਰੈਂਟ ਨੂੰ। ਹਾਂਜੀ, ਆਸਟ੍ਰੇਲੀਆ ਆਪਣਾ ਗੁਆਂਢੀ ਮੁਲਕ, ਉੱਥੇ ਸਿਸਟਮ ਆਲਰੇਡੀ ਚੱਲ ਰਿਹਾ, ਪਰ ਪ੍ਰੋਬਲਮ ਇਹ ਕਿ ਇਹ ਸਰਕਾਰਾਂ ਤੱਕ ਇਹ ਗੱਲ ਕੌਣ ਪਹੁੰਚਾਵੇ ਨਾ, ਇਹ ਗੱਲ ਕਿਉਂ ਨਹੀਂ ਉਹ ਸਮਝਦੇ? ਦੇਖੋ ਐਗਜ਼ਾਮਪਲ ਕਿਉਂ ਹੁੰਦੇ ਨੇ, ਕਿਉਂ ਐਗਜ਼ਾਮਪਲ ਹੁੰਦੇ ਨੇ? ਐਗਜ਼ਾਮਪਲ ਇਸ ਕਰਕੇ ਹੁੰਦੇ ਨੇ, ਤੁਸੀਂ ਮਾਡਲਸ ਜਿਹੜੇ ਸਕਸੈਸਫੁਲ ਮਾਡਲ ਹਨ ਉਹਨਾਂ ਨੂੰ ਕਿਉਂ ਨਹੀਂ ਫੋਲੋ ਕਰਦੇ? ਤੁਸੀਂ ਕੈਨੇਡਾ ਦੇਖ ਲਓ, ਓਵਰਸੀਜ਼ ਦੀ ਜਿੰਨੀਆਂ ਵੀ ਕੰਟਰੀਜ਼ ਹੈਗੀਆਂ ਨਾ, ਦੇ ਅੰਡਰਸਟੈਂਡ ਦਿਸ ਥਿੰਗ ਕਿ ਬਈ ਅਗਰ ਅਸੀਂ ਇਹਨਾਂ ਦੇ ਪੇਰੈਂਟ ਨੂੰ ਆਉਣ ਦਿਆਂਗੇ ਇਹ ਸਾਡੇ ਨਾਲ ਬਣੇ ਰਹਿਣਗੇ। ਜੇ ਉਹ ਨਹੀਂ ਤੁਸੀਂ ਆਉਣ ਦਿਓਗੇ, ਉਹਨਾਂ ਨੇ ਕਰਨਾ ਕੀ ਹੈਗਾ? ਉਹ ਕਹਿੰਦੇ ਯਾਰ ਚੱਲ ਠੀਕ ਹੈ ਆਪਣਾ ਬੋਰੀਆ ਵੀਜ਼ਾ ਚੁੱਕਣਾ ਹੈ। ਦੇਖੋ ਇੱਕ ਤਾਂ ਪਹਿਲੇ ਇੱਕ ਗੱਲ ਇਹ ਵੀ ਖਿਆਲ ਰੱਖੋ, ਨੇਬਰਿੰਗ ਜਿਹੜੇ ਸਾਡੀ ਹੈਗੇ ਜਿਹੜੇ ਹੈਗੀ ਆਸਟ੍ਰੇਲੀਆ ਹੈਗਾ, ਉੱਥੇ ਤਨਖਾਹਾਂ ਵੀ ਜ਼ਿਆਦਾ ਹੈਗੀਆਂ, ਕਾਸਟ ਆਫ ਲਿਵਿੰਗ ਵੀ ਸਸਤੀ ਹੈ, ਔਰ ਉਹਨਾਂ ਦੀ ਪੇਰੈਂਟ ਪਾਲਿਸੀ ਹੈ, ਉਹ ਸਭ ਇੰਨੀ ਦਾ ਸਹੂਲਤਾਂ ਦੇਣ ਨੂੰ ਤਿਆਰ ਹਨ। ਅਤੇ ਅਗਰ ਮੈਂ ਐਜ਼ ਏ ਯੰਗ ਹੁੰਦਾ ਔਰ ਮੇਰੇ ਪੇਰੈਂਟ ਨੂੰ ਨਹੀਂ ਆਉਣ ਦਿੰਦੇ ਨਾ ਇੱਥੇ, ਤੇ ਮੈਂ ਕੀ ਕਰਨਾ ਸੀ? ਮੈਂ ਬੋਰੀਆ ਬਿਸਤਰਾ ਚੁੱਕ ਕੇ ਤੁਰ ਪੈਣਾ ਸੀ ਉੱਥੇ ਆਸਟ੍ਰੇਲੀਆ। ਹਾਂਜੀ ਬਿਲਕੁਲ। ਤੇ ਵਾਈ ਨਾਟ, ਇਟਸ ਅ ਕਾਮਨ ਸੈਂਸ। ਕਹਿੰਦਾ ਇਹ ਤਾਂ ਬੱਚਾ ਵੀ ਸਮਝ ਸਕਦਾ ਹੈ, ਕੋਈ ਰਾਕਟ ਸਾਇੰਸ ਹੋਵੇ ਨਾ ਕਿ ਵੀ ਜਿਹੜੀ ਚੀਜ਼ ਸਮਝ ਨਹੀਂ ਆ ਸਕਦੀ, ਇਟ ਇਜ਼ ਅ ਵੈਰੀ ਸਿੰਪਲ ਥਿੰਗ। ਕੌਸ਼ਲ ਸਾਹਿਬ, ਜਿੱਦਾਂ ਤੁਸੀਂ ਮਤਲਬ ਵੀ ਇਹ ਜਿਹੜਾ ਰਿਟੇਲਰ ਬਿਜ਼ਨਸ ਦੇ ਵਿੱਚ ਜੋ ਵੀ ਕਿਤੇ ਹਾਦਸਾ ਹੁੰਦਾ ਹੈ, ਸਭ ਤੋਂ ਪਹਿਲੀ ਵਾਰੀ ਦੇਖੀਦਾ ਕਿ ਤੁਸੀਂ ਮੌਕੇ 'ਤੇ ਪਹੁੰਚਦੇ ਹੋ, ਸਾਰੇ ਤੁਹਾਨੂੰ ਯਾਦ ਕਰਦੇ ਨੇ ਵੀ ਆਹ ਦੇਖੋ ਹੋ ਗਿਆ, ਹੁਣ ਇਹਦੇ ਵਾਸਤੇ ਕੁਝ ਕਰੋ। ਕਿ ਕਈ ਵਾਰੀ ਇਹ ਵੀ ਸੁਣਨ ਨੂੰ ਆਉਂਦਾ ਕਿ ਜਿਹੜੀਆਂ ਇਸ ਚੀਜ਼ ਦੀ ਅਥਾਰਟੀਜ਼ ਹੈ ਉਹ ਵੀ ਕਈ ਵਾਰੀ ਇੰਸ਼ੋਰੈਂਸ ਵੱਲ ਤੋਰ ਦਿੰਦੀਆਂ ਗੱਲ। ਅਤੇ ਇੱਕ ਇਹ ਚੀਜ਼ ਦਰਸ਼ਕ ਜਾਣਨਾ ਚਾਹੁੰਦੇ ਨੇ ਕਿ ਤੁਹਾਨੂੰ ਤੇ ਹੁਣ ਭਾਜੀ ਦਲਜੀਤ ਸਿੰਘ ਜੀ ਨੇ, ਜੀਤ ਭਾਜੀ ਨੇ, ਸਭ ਨੇ ਹੁਣੇ ਇੱਥੇ ਦਰਸ਼ਕਾਂ ਨੂੰ ਦੱਸਿਆ ਵੀ ਅਸੀਂ ਤੁਹਾਡੇ ਨਾਲ ਹਮੇਸ਼ਾ। ਜਿਹੜਾ ਨੌਨ ਇੰਡੀਅਨ ਭਾਈਚਾਰਾ ਅਤੇ ਉਹਦੇ 'ਚ ਜਿਹੜੇ ਕਮਿਊਨਿਟੀ ਲੀਡਰਸ ਹੈ, ਠੀਕ ਹੈ, ਉਹ ਉਸ ਕਮਿਊਨਿਟੀ 'ਚੋਂ ਵੀ ਰਿਟੇਲਰ ਬਿਜ਼ਨਸ 'ਚ ਲੋਕ ਹੈਗੇ ਨੇ, ਅਤੇ ਤੁਹਾਨੂੰ ਉੱਧਰੋਂ ਕਿੰਨਾ ਕੁ ਤੁਹਾਨੂੰ ਸਪੋਰਟ ਮਿਲਦਾ ਉਹਨਾਂ ਲੀਡਰਸ ਦਾ ਕਿ ਉਹ ਵੀ ਆਪਣੀ ਕਮਿਊਨਿਟੀ 'ਚ ਵੀ ਇਸ ਚੀਜ਼ ਦੀ ਅਵੇਅਰਨੈਸ ਕਰਨ ਔਰ ਜੋ ਲਾਅ ਐਂਡ ਆਰਡਰ ਇਹ ਖਰਾਬ ਹੋ ਰਿਹਾ ਉਸ ਚੀਜ਼ ਨੂੰ ਕਾਇਮ ਰੱਖਣ ਲਈ ਕੀਤਾ ਜਾਵੇ? ਉੱਤਮ ਜੀ, ਜਦੋਂ ਕੋਈ ਵੀ ਹਾਦਸਾ ਹੁੰਦਾ ਹੈ, ਕੋਈ ਵੀ ਇੰਸੀਡੈਂਟ ਹੁੰਦਾ ਹੈ, ਇਹ ਇੰਸੀਡੈਂਟ ਸਿਰਫ ਉਸ ਪਰਟੀਕੂਲਰ ਸ਼ੌਪ ਵਾਸਤੇ ਨਹੀਂ ਹੈ, ਇਟ ਰੀਅਲੀ ਅਫੈਕਟਸ ਉਹ ਪੂਰੀ ਫੈਮਿਲੀ ਨੂੰ ਅਫੈਕਟ ਕਰਦਾ ਹੈ। ਯੂ ਨੋ, ਇਟ ਲੀਵਸ ਬਿਹਾਈਂਡ ਅ ਟ੍ਰੇਲ ਆਫ ਡਿਸਟਰਕਸ਼ਨ, ਟਰਾਮਾ, losses, pain. ਉਸ ਤੋਂ ਬਾਅਦ then it also impacts the nearby community. ਠੀਕ ਹੈ ਜੀ। ਸੋ ਇਟਸ ਨਾਟ ਜਸਟ ਹੈਪਨਿੰਗ ਕਿ ਵੀ ਇਹ ਸਿਰਫ ਸਾਡੀ ਕਮਿਊਨਿਟੀ ਦੇ ਹੀ ਬਿਜ਼ਨਸਿਸ ਉਹਨਾਂ ਨਾਲ ਹੋ ਰਿਹਾ, ਕਿਉਂਕਿ ਜਿਹੜੇ ਅਫੈਂਡਰਸ ਹੈਗੇ ਆ ਦੇ ਆਰ ਨਾਟ ਜਸਟ ਲੁਕਿੰਗ ਐਟ ਵਨ ਕਮਿਊਨਿਟੀ, ਦੇ ਆਰ ਲੁਕਿੰਗ ਐਟ ਦੀ ਅਪੋਰਚੁਨਿਟੀਜ਼ ਬਿਕੋਜ਼ ਦਿਸ the intent, the criminals, they have that separate intent, you know. So sada jehda bhaichara, of course they are feeling that one, they are with us, but jehde nearly 4,900 businesses which I'm the chair of the Dairy and Business Owners Group in New Zealand, from Kataya up to Bluff. ਉਹਦੇ ਵਿੱਚ different communities ਹੈਗੇ ਹੈ, different groups ਹੈਗੇ ਹੈ, they all are feeling the same pain, they all are feeling the same impact. And now as ਜਦੋਂ ਇਹ crime ਹੋਰ ਵੱਧ ਰਿਹਾ ਹੈ, so they are coming together and ਬਹੁਤ ਬਲਕਿ खुशी तो नहीं है, बट एटलीस्ट यू नो दे चंगा लगता है कि एटलीस्ट यू नो दे आर नाउ कमिंग टुगेदर, एनलाइटनड हो गए, एनलाइटन हो गया। हाँ जी, तो ਉਹਦੇ ਨਾਲ ਇਹ ਫਾਇਦਾ ਹੋ ਰਿਹਾ ਕਿ ਅਸੀਂ ਨਾਓ ਵੀ ਆਰ ਏਬਲ ਟੂ ਪੁੱਟ ਮੋਰ ਐਂਡ ਮੋਰ ਪ੍ਰੈਸ਼ਰ। ਤੁਸੀਂ ਪਿੱਛੇ ਦੇਖਿਆ ਹੋਵੇਗਾ ਦੀ ਕਾਈਂਡ ਆਫ ਪ੍ਰੈਸ਼ਰ ਜਿਹੜਾ ਅਸੀਂ ਪਾਰਲੀਮੈਂਟ ਤੇ ਯੂ ਨੋ ਵੀ ਹੈਵ ਪੁੱਟ ਦਾ ਪ੍ਰੈਸ਼ਰ। ਪੁਲਿਸ ਮਿਨਿਸਟਰ ਦਾ ਜਦੋਂ ਮੈਂ ਰੈਜ਼ਿਗਨੇਸ਼ਨ ਮੰਗਿਆ ਔਨ ਬਿਹਾਫ ਆਫ ਦੋਜ਼ ਬਿਜ਼ਨਸਿਸ ਐਂਡ ਆਲਸੋ ਫॉर द ਜਸਟਿਸ ਮਿਨਿਸਟਰ ਰੈਜ਼ਿਗਨੇਸ਼ਨ, ਉਸ ਤੋਂ ਬਾਅਦ ਪਾਰਲੀਮੈਂਟ ਵਿੱਚ ਕਾਫੀ ਹਲਚਲ ਮਚੀ ਹੈ ਐਂਡ ਤੁਸੀਂ ਉਸਦੇ ਐਕਸ਼ਨ ਵੀ ਦੇਖੇ ਹੈ। ਐਕਸ਼ਨ ਦੇਖਿਆ ਹੁਣ ਜਦੋਂ ਉਹਨਾਂ ਨੇ ਇਹ ਫੰਡਿੰਗ ਇਸ਼ੂ ਕੀਤੀ ਹੈ, ਜਾਂ ਜਿਹੜਾ ਨਵਾਂ ਪੁਲਿਸ ਕ੍ਰਿਮੀਨਲ ਇਨਵੈਸਟੀਗੇਸ਼ਨ ਗਰੁੱਪ ਜਿਹੜਾ ਹੁਣੇ ਬਣਾਇਆ ਹੈ, ਸੋ ਇਹ ਸਾਰੇ ਉਸੇ ਹੀ ਪ੍ਰੈਸ਼ਰ ਦਾ ਨਤੀਜਾ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਅਸੀਂ ਇਕੱਠੇ ਮਿਲ ਕੇ ਕਰਾਂਗੇ, ਕੋਈ ਵੀ ਕੰਮ ਕਰਾਂਗੇ, ਵੀ ਆਰ ਏਬਲ ਟੂ ਪੁੱਟ ਮੋਰ ਪ੍ਰੈਸ਼ਰ, ਅਸੀਂ ਇੱਕ ਸਟਰੋਂਗ ਵੌਇਸ ਬਣਦੇ ਹਾਂ ਔਰ ਸਾਨੂੰ ਰਿਜ਼ਲਟ ਵੀ ਸਾਹਮਣੇ ਆਉਂਦੇ ਆ।
ਹਾਂਜੀ ਦਰਸ਼ਕੋ, ਸਨੀ ਕੌਸ਼ਲ ਜੀ ਨੇ ਜੋ ਇਹ ਗੱਲ ਉਜਾਗਰ ਕੀਤੀ ਹੈ, ਹੋ ਸਕਦਾ ਤੁਸੀਂ ਕਦੀ ਮਿਸ ਕਰ ਗਏ ਹੋ ਕਿ ਜੋ ਇਹਨਾਂ ਨੇ ਸਾਰਾ ਸਰਕਾਰਾਂ ਦੇ ਕੰਨਾਂ 'ਚ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਜਿਹੜੇ ਰਿਟੇਲਰ ਬਿਜ਼ਨਸਿਸ ਦੇ ਜਿਹੜੇ ਕ੍ਰਾਈਮ ਹੋ ਰਿਹਾ ਤੇ ਉਹਦੇ ਕਰਕੇ ਜੋ ਫਿਰ ਅੱਗੇ ਜਿਹੜਾ ਅਥਾਰਟੀਜ਼ ਨੇ ਪ੍ਰੈਸ਼ਰ ਗਰੁੱਪਸ ਬਣਾਏ ਨੇ ਕਿ ਇਸ ਚੀਜ਼ ਨੂੰ ਖਤਮ ਕੀਤਾ ਜਾਵੇ। ਇਹ ਬੜਾ ਸ਼ਲਾਘਾਯੋਗ ਹੈ ਸਾਰੇ ਭਾਈਚਾਰੇ ਵਾਸਤੇ ਕਿ ਇਹ ਇੱਥੇ ਤੱਕ ਵੀ ਚੀਜ਼ ਆਈ, ਔਰ ਉਮੀਦ ਹੈ ਔਰ ਤੁਹਾਡੇ ਤਿੰਨਾਂ ਦਾ ਭਰਾਵਾਂ ਵੱਡਿਆਂ ਦਾ ਇਹ ਸ਼ਲਾਘਾ ਵੀ ਬਣਦੀ ਹੈ ਕਿ ਤੁਸੀਂ ਇੱਥੋਂ ਤੱਕ ਚੀਜ਼ ਨੂੰ ਲਾਇਓ ਮਾਈਗ੍ਰੇਸ਼ਨ ਵਾਸਤੇ ਵੀ। ਤੇ ਹੋਰ ਤੇ ਦਰਸ਼ਕੋ, ਇੱਕ ਬ੍ਰੇਕ ਲੈਂਦੇ ਹਾਂ ਤੇ ਇਸ ਤੋਂ ਬਾਅਦ ਅੱਜ ਅਸੀਂ ਫੇਰ ਤੋਂ ਮੁੜ ਤੋਂ ਇਹਨਾਂ ਵਿਦਵਾਨ ਕਮਿਊਨਿਟੀ ਲੀਡਰਸ ਤੋਂ ਅੱਗੇ ਫਰਦਰ ਆਪਾਂ ਇਸ ਮੁੱਦੇ ਤੇ ਮਾਈਗ੍ਰੇਸ਼ਨ ਮੁੱਦੇ ਤੇ ਹੋਰ ਆਪਾਂ ਅੱਜ ਪ੍ਰੋਗਰਾਮ 'ਚ ਇਨਪੁਟ ਲੈਂਦੇ। ਥੈਂਕ ਯੂ, ਬਣੇ ਰਹੋ। ਵੈਲਕਮ ਬੈਕ ਦਰਸ਼ਕੋ। ਅੱਜ ਅਸੀਂ ਬਣੇ ਹੋਏ ਹਾਂ ਜੀ ਸਚਦੇਵਾ ਜੀ, ਭਾਜੀ ਦਲਜੀਤ ਸਿੰਘ ਜੀ ਤੇ ਵੀਰ ਸਨੀ ਕੌਸ਼ਲ ਜੀ। ਤੇ ਜੋ ਅੱਜ ਬਹੁਤ ਹੀ ਭਖਦਾ ਹੋਇਆ ਮਸਲਾ ਅੱਜ ਦਾ ਭਾਈਚਾਰਾ ਫੇਸ ਕਰ ਰਿਹਾ, ਉਸ ਚੀਜ਼ 'ਤੇ ਅਸੀਂ ਤੁਹਾਡੇ ਨਾਲ ਰੂਬਰੂ ਹੋਏ ਹਾਂ। ਦਲਜੀਤ ਭਾਜੀ, ਹੁਣ ਜਿੱਥੇ ਅੱਜ ਭਾਈਚਾਰਾ ਖੜਾ ਹੈ ਮਾਈਗ੍ਰੇਸ਼ਨ ਦੇ ਮੁੱਦੇ ਨੂੰ ਲੈ ਕੇ, ਓਵਰਸੀਜ਼ ਸਟੱਕ ਨੇ, ਪੇਰੈਂਟਸ ਪਾਲਿਸੀ ਹੈ, ਔਰ ਇੱਥੇ ਵੀ ਜਿਹੜਾ ਬੱਚੇ ਪੜ੍ਹ ਰਹੇ ਨੇ ਤੇ ਉਹਨਾਂ ਵਾਸਤੇ ਵੀ ਅੱਗੇ ਜਿੱਥੇ ਹੁਣ ਭਾਈਚਾਰਾ ਖੜਾ ਹੈ, ਤੇ ਸਰਕਾਰ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ? ਸਰਕਾਰ ਨੂੰ ਕੀ ਕਰਨਾ ਚਾਹੀਦਾ? ਐਂਡ ਜਿਹੜਾ ਸਭ ਤੋਂ ਇੰਪੋਰਟੈਂਟ ਹੈ ਉਹ ਆਪਣੇ ਸੈਕਿੰਡ ਰਾਊਂਡ 'ਚੋਂ ਨਿਕਲਿਆ ਕਿ ਜੇ ਭਾਈਚਾਰਾ ਰਲ ਮਿਲ ਕੇ ਅੱਗੇ ਹੋ ਕੇ ਕੁਝ ਕਰਦਾ ਤੇ ਜ਼ਰੂਰ ਫਿਰ ਉਹਨਾਂ ਦੇ ਕੰਨਾਂ 'ਤੇ ਜੂੰ ਤਾਂ ਰੇਂਗਦੀ ਹੈ। ਤੇ ਭਾਈਚਾਰੇ ਨੂੰ ਕੀ ਕਰਨਾ ਚਾਹੀਦਾ ਅੱਜ ਦੀ ਸਿਚੁਏਸ਼ਨ 'ਚ? ਦੇਖੋ ਜੀ, ਅਸੀਂ ਆਪਣੇ ਵੱਲੋਂ ਅਪੀਲ ਕਰਦੇ ਹਾਂ, ਜਿਹੜੀ ਇਸ ਵੇਲੇ ਲੀਡਰਸ਼ਿਪ ਹੈ ਉਹ ਸਾਰੀ ਇਕੱਠੀ ਹੈ ਹਰ ਭਾਈਚਾਰੇ ਦੀ ਜਿਹੜੀ ਆ, ਕਿਉਂਕਿ ਜਿਹੜਾ ਇਮੀਗ੍ਰੇਸ਼ਨ ਇਸ਼ੂਜ਼ ਹੈ ਹਰ ਇੱਕ ਨੂੰ ਹੀ ਜਿਹੜਾ ਇਹ ਕੰਸਰਨ ਹੈ, ਔਰ ਹਰ ਇੱਕ ਦੀ ਹੀ ਲੋੜ ਹੈ ਇਸ ਵੇਲੇ, ਚਾਹੇ ਉਹ ਕੋਈ ਵੀ ਕਮਿਊਨਿਟੀ ਆ ਇੱਥੋਂ ਦੀ। ਸੋ ਅਸੀਂ ਤਾਂ ਵੋਇਸ ਇਕੱਠੀ ਕੀਤੀ ਆ, ਵੋਇਸ ਇਕੱਠੀ ਕਰਕੇ ਭਾਈਚਾਰੇ ਨੂੰ ਇਹ ਕਹਿ ਰਹੇ ਕਿ ਜਿਹੜੇ ਲੋਕ ਜਾਂ ਕਿਉਂਕਿ ਪਹਿਲਾਂ ਕੁਝ ਸਮੇਂ ਤੋਂ ਪਹਿਲਾਂ ਇਹ ਹੁੰਦਾ ਸੀ ਕਿ ਸਰਕਾਰਾਂ ਜਿਹੜੀਆਂ ਅਸੀਂ ਆਪਣੇ ਆਪ ਅੱਖੀਂ ਦੇਖਿਆ ਹੋਇਆ ਨਿਊਜ਼ੀਲੈਂਡ ਦੇ ਵਿੱਚ ਕਿ ਇੱਕ ਐਡਵਾਈਜ਼ਰੀ ਕਮੇਟੀ ਬਣਦੀ ਸੀ ਮਿਨਿਸਟਰ ਦੀ, ਜਿਹੜੀ ਉਹਨਾਂ ਨੂੰ ਗਾਈਡ ਕਰਦੀ ਸੀ ਕਿ ਜੋ ਸਾਡੀ ਕਮਿਊਨਿਟੀ 'ਚ ਕੀ ਇਸ਼ੂਜ਼ ਆ। ਉਹ ਚੀਜ਼ਾਂ ਨੂੰ ਇਸ ਕਰਕੇ ਡਿਮੋਲਿਸ਼ ਕਰਤਾ ਕਿਉਂਕਿ ਸਾਡੇ ਜਿਹੜੇ ਆਪਣੇ ਭਾਈਚਾਰੇ ਦੇ ਨੁਮਾਇੰਦੇ ਸੀ ਉਹ ਪਾਰਲੀਮੈਂਟ 'ਚ ਜਾਣ ਲੱਗ ਪਏ, ਪਰ ਉਹਨਾਂ ਨੇ ਬੈਕ ਬੈਂਚਰ ਹੋਣ ਦਾ ਕਰਕੇ ਉਹਨਾਂ ਨੇ ਫਿਰ ਉਹ ਮੁੱਦੇ ਜਿਹੜੇ ਸੀ ਉਹ ਉਸ ਹੱਦ ਨਾਲ ਉਹ ਪਾਰਟੀ ਦੇ ਸਾਹਮਣੇ ਰੱਖ ਨਹੀਂ ਸਕਦੇ ਜ਼ੁਰਤ ਨਾਲ ਕਿ ਉਹਨਾਂ ਨੂੰ ਜਿਹੜੀ ਕਮਿਊਨਿਟੀ ਕੀ ਕਹਿ ਰਹੀ ਆ। ਉਹਨਾਂ ਦਾ ਵੀ ਉਹਦੇ 'ਚ ਕੋਈ ਕਸੂਰ ਨਹੀਂ ਸੀ ਕਿਉਂਕਿ ਭਾਈਚਾਰੇ ਨੇ ਵੀ ਇੰਨੀ ਗੜ ਕੇ ਉਹਨਾਂ ਦੇ ਮਗਰ ਉਸ ਟਾਈਮ 'ਤੇ ਸਪੋਰਟ ਨਹੀਂ ਕੀਤੀ ਕਿ ਉਹ ਉਹਨਾਂ ਦੇ ਉੱਪਰ ਮਾਣ ਕਰ ਸਕਣ। ਹੁਣ ਤਾਂ ਹੀ ਭਾਈਚਾਰੇ ਨੂੰ ਇਹ ਕਹਿ ਰਹੇ ਹਾਂ ਇਕੱਠੇ ਕਰਕੇ ਕਿ ਇਸ ਕੰਟਰੀ ਦੇ ਵਿੱਚ ਹੋਂਦ ਵਾਸਤੇ ਤੁਹਾਡੇ ਕੋਲ ਇੰਨੀ ਕੁ ਗਿਣਤੀ ਹੈਗੀ ਆ ਕਿ ਤੁਸੀਂ ਫਾਈਟ ਕਰ ਸਕੋ। ਸਰਕਾਰ ਨੂੰ ਇੱਕ ਵਾਰ ਸਪਸ਼ਟ ਸਾਰਾ ਭਾਈਚਾਰਾ ਅਗਰ ਇਕੱਠੇ ਹੋ ਕੇ ਗੱਲ ਦੱਸ ਦਿੰਦਾ ਕਿ ਜਿਹੜੇ ਸਾਡੀ ਹੁਣ ਇਸ ਵੇਲੇ ਆਵਾਜ਼ ਨਹੀਂ ਉਠਾਉਂਦੇ, ਮੈਂ ਹਰ ਵਾਰ ਇਹੀ ਬੋਲ ਰਿਹਾ, ਚਾਹੇ ਉਹ ਐਰਿਕਾ ਨੈਸ਼ਨਲ ਪਾਰਟੀ ਤੋਂ ਆ, ਚਾਹੇ ਉਹ ਰਿਕਾਰਡੋ ਗ੍ਰੀਨ ਪਾਰਟੀ ਤੋਂ ਆ, ਚਾਹੇ ਮਾਈਕਲ ਲੇਬਰ ਪਾਰਟੀ ਤੋਂ, ਕਿਸੇ ਵੀ ਪਾਰਟੀ ਨੂੰ ਕੋਈ ਸੰਬੰਧਿਤ ਹੋਵੇ, ਜਿਹੜਾ ਸਾਡੇ ਭਾਈਚਾਰੇ ਦੀ ਆਵਾਜ਼ ਉਠਾਊਗਾ ਭਾਈਚਾਰਾ ਉਹਨਾਂ ਦੇ ਨਾਲ ਐਤਕੀ ਖੜ ਕੇ ਦਿਖਾਊਗਾ ਤਾਂ ਕਿ ਉਹਨਾਂ ਨੂੰ ਇਹ ਲੱਗੇ ਕਿ ਜਿਹੜਾ ਇੱਦਾਂ ਨਹੀਂ ਕਿ ਕੋਈ ਸਾਡੇ ਬਾਰੇ ਕੋਈ ਗੱਲ ਕਰੇ ਪਾਰਲੀਮੈਂਟ ਤਾਂ ਅਸੀਂ ਉਹਨੂੰ ਇਗਨੋਰ ਕਰਦੇ ਮੁੜ ਕੇ, ਅਸੀਂ ਉਹਦੇ ਨਾਲ ਖੜਾਂਗੇ। ਪਰ ਜੇ ਐਤਕੀ ਸਰਕਾਰ ਭਾਈਚਾਰੇ ਦੀ ਗੱਲ ਨਹੀਂ ਸੁਣਦੀ ਤਾਂ ਸਾਡੀ ਸਾਰੇ ਭਾਈਚਾਰੇ ਨੂੰ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਐਤਕੀ ਸਾਡੀ ਇੰਨੀ ਜ਼ਰੂਰ ਮੰਨ ਲਿਓ ਕਿ ਅਸੀਂ ਤੁਹਾਨੂੰ ਰਾਈਟ ਟਾਈਮ 'ਤੇ ਰਾਈਟ ਡਾਇਰੈਕਸ਼ਨ ਦੱਸਾਂਗੇ ਕਿ ਕਿਹੜਾ ਸਾਡੇ ਨਾਲ ਖੜ ਰਿਹਾ ਕਿਹੜਾ ਨਹੀਂ ਖੜ ਰਿਹਾ। ਸਾਡਾ ਕੰਮ ਆ ਹੁਣ ਭਾਈਚਾਰੇ ਦੇ ਪੱਖ ਨੂੰ ਲੈ ਕੇ ਤਿੰਨਾਂ ਪਾਰਟੀਆਂ ਚਾਰਾਂ ਕੋ ਜਾਣਾ, ਕਿਹੜੀ ਪਾਰਟੀ ਉਸ ਪਾਲਿਸੀ ਦੇ ਉੱਪਰ ਸਾਨੂੰ ਜਿਹੜੇ ਯੈਸ ਕਰਦੀ ਆ ਕਿਹੜੀ ਨੋ ਕਰਦੀ ਆ, ਇਹ ਭਾਈਚਾਰੇ ਨੂੰ ਦੱਸਣਾ। ਤੇ ਭਾਈਚਾਰੇ ਦਾ ਫਿਰ ਕੰਮ ਉੱਥੇ, ਕਮਿਊਨਿਟੀ ਦਾ ਕੰਮ ਫਿਰ ਉੱਥੇ ਇਹ ਆ ਕਿ ਜਿਹੜਾ ਹੁਣ ਸਾਡੇ ਨਾਲ ਉਸ ਮਸਲੇ 'ਤੇ ਗੱਲ ਨਹੀਂ ਕਰਨਾ ਚਾਹੁੰਦਾ ਉਹਨਾਂ ਨੂੰ ਐਤਕੀ ਇਹ ਦੱਸਿਆ ਜਾਵੇ ਕਿ ਨਹੀਂ, ਜੇ ਤੁਸੀਂ ਸਾਡੀਆਂ ਇਹ ਮੰਗਾਂ ਦੇ ਉੱਪਰ ਨਹੀਂ ਕਰਨਾ ਚਾਹੁੰਦੇ ਤਾਂ ਭਾਈਚਾਰਾ ਵੀ ਕੋਈ ਕਰਵਟ ਇਹੋ ਜਿਹੀ ਇਕੱਠੇ ਹੋ ਕੇ ਲੈ ਸਕਦਾ। ਅਸੀਂ ਪਾਟੇ ਹੋਏ ਨਹੀਂ। ਰਾਜ ਕਰੋ ਪੜ੍ਹੋ ਤੇ ਰਾਜ ਕਰੋ ਵਾਲੀ ਜਿਹੜੀ ਉਹ ਬਹੁਤ ਪਿੱਛੇ ਰਹਿ ਗਈ। ਅਸੀਂ ਇੰਨਾ ਕਿ ਇਸ ਕੰਟਰੀ 'ਚ ਆਣ ਕੇ ਸਿੱਖ ਲਿਆ। ਅਸੀਂ ਭਾਈਚਾਰੇ ਨੂੰ ਇੱਕ ਜ਼ਰੂਰ ਅਪੀਲ ਕਰਦੇ ਹਾਂ ਕਿ ਇਸ ਸਮੇਂ ਦਰਮਿਆਨ ਤੁਹਾਨੂੰ ਇਹ ਲੱਗੇ ਕਿ ਕਿਤੇ ਵੀ ਕੋਈ ਵੀ ਲੀਡਰਸ਼ਿਪ 'ਚੋਂ ਮੈਂ ਹੀ ਨਹੀਂ ਕੋਈ ਵੀ ਹੋਵੇ ਕਿ ਇਹ ਲੀਡਰ ਜਿਹੜਾ ਇਹ ਆਪਣੇ ਲਈ ਕਰ ਰਿਹਾ, ਅਸੀਂ ਉਸੇ ਵੇਲੇ ਪਿੱਛੇ ਹੋ ਜਾਾਂਗੇ, ਅਗਲਾ ਹੋਰ ਲਿਆਓ, ਪਰ ਇਹ ਮੁੱਦੇ ਨੂੰ ਪਿੱਛੇ ਨਾ ਛੱਡਿਓ ਕਿਉਂਕਿ ਜੇ ਐਤਕੀ ਆਪਾਂ ਇਸ ਮੁੱਦੇ ਤੋਂ ਪਿੱਛੇ ਹਟ ਗਏ, ਸਾਡੀ ਇਸ ਕੰਟਰੀ 'ਚ ਹੋਂਦ ਦੀ ਲੜਾਈ ਜਿਹੜੀ ਆ ਉਹ ਜਿਹੜੀ ਐਤਕੀ ਸ਼ੁਰੂ ਕੀਤੀ ਹੋਈ ਆ ਇਹ ਬਹੁਤ ਪਿੱਛੇ ਪੈ ਜਾਊਗੀ ਕਿਉਂਕਿ 13 ਸਾਲ ਲੰਘ ਚੁੱਕੇ ਆ। ਐਤਕੀ ਮਸਟ ਆ, ਇਹ ਤੋਂ ਅਗਲਾ ਸਟੈਪ ਸਾਡਾ ਹੋਰ ਕੋਈ ਨਹੀਂ। ਇਹ ਚਾਰੇ ਮੰਗਾਂ ਜਿਹੜੀਆਂ ਇਹ ਸਾਡੇ ਲਈ ਹਰ ਹਾਲਤ ਦੇ ਵਿੱਚ ਪੂਰੀਆਂ ਹੋਣੀਆਂ ਚਾਹੀਦੀਆਂ। ਹਾਂਜੀ, ਇਹ ਭਾਜੀ ਨੇ ਭਾਈਚਾਰੇ ਨੂੰ ਇੱਕ ਤਰ੍ਹਾਂ ਤੁਸੀਂ ਭਾਜੀ ਅਪੀਲ ਕੀਤੀ ਹੈ ਕਿ ਹੋਰ ਵੀ ਜਾਗਰਿਤ ਹੋਣ ਦੀ ਲੋੜ ਆ
ਜੋ ਰੀਅਲ ਟਾਈਮ ਸਿਚੁਏਸ਼ਨ ਹੈ ਉਹਦੇ ਹਿਸਾਬ ਨਾਲ ਗੱਲ ਕਰੋ। ਵੀਰ ਸੰਨੀ ਜੀ, ਮੈਂ ਇਸ ਚੀਜ਼ 'ਤੇ ਜਿੱਦਾਂ ਭਾਜੀ ਨੇ ਕਿਹਾ ਵੀ ਭਾਈਚਾਰਾ ਜਾਗਰਤ ਹੋਵੇ, ਫਿਰ ਭਾਜੀ ਨੇ ਕਿਹਾ ਵੀ ਸਾਨੂੰ ਫਾਈਟ ਕਰਨ ਦੀ ਵੀ ਲੋੜ ਆ। ਅਤੇ ਇੱਥੇ ਨਾ ਇੱਕ ਥੋੜ੍ਹੀ ਜਿਹੀ ਕਨਫਿਊਜ਼ਨ ਰਹਿੰਦੀ ਹੈ ਭਾਈਚਾਰੇ 'ਚ ਕਿ ਜਿਹੜਾ ਫਾਈਟ ਕਰਨ ਦੇ ਜਿਹੜੀ ਮੈਥਡਸ ਨੇ, ਠੀਕ ਹੈ, ਅਤੇ ਇੱਕ ਜਿੱਦਾਂ ਕਲਚਰ ਅੱਜ ਕੱਲ੍ਹ ਚੱਲਿਆ ਸਟਰੀਟ ਕਲਚਰ, ਸਟਰੀਟ ਪ੍ਰੋਟੈਸਟ, ਚੱਕਾ ਜਾਮ, ਹਾਂਜੀ, ਜਾਂ ਚੱਕ ਦਿਓ, ਇਹ ਕਰ ਦਿਓ, ਜਾਂ ਕਿ ਇੱਕ ਮਤਲਬ ਵੀ ਜਿੱਦਾਂ ਅਸੀਂ ਦੇਖਦੇ ਹਾਂ ਕਿ ਇੱਕ ਦੂਜਾ ਤਰੀਕਾ ਹੈ ਕਿ ਆਪਣਾ ਸ਼ਾਂਤੀਪੂਰਵਕ ਇੰਟਲੈਕਚੁਅਲ ਬੰਦੇ ਉੱਥੇ ਜਾ ਕੇ ਔਰ ਪ੍ਰੋਬਲਮ ਨੂੰ ਸਹੀ ਤਰੀਕੇ ਨਾਲ ਉਹਨਾਂ ਦੇ ਕੰਨਾਂ ਤੱਕ ਪਹੁੰਚਾ। ਤੁਸੀਂ ਕਿਸ ਤਰੀਕੇ ਦੇ ਮੋਹਰੀ ਜੇ? ਦੇਖੋ ਜੀ, ਅਸੀਂ ਜਿਹੜਾ ਸਾਡਾ ਭਾਈਚਾਰਾ ਹੈਗਾ, ਦੇ ਆਰ ਵੈਰੀ ਵੈਲ ਐਜੂਕੇਟਡ। ਉਹ ਡੈਮੋਕ੍ਰੇਸੀ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ, ਅਤੇ ਉਹ ਪੜ੍ਹੇ ਲਿਖੇ ਹੋਣ ਦੇ ਨਾਲ ਮੇਰੀ ਹਰੇਕ ਨੂੰ ਇਹੋ ਅਪੀਲ ਹੈਗੀ ਹੈ ਕਿ ਤੁਸੀਂ ਮਿਲ ਜੁਲ ਕੇ ਆਪਸ ਤੋਂ ਬੈਠ ਕੇ ਇੱਕ ਅਸੀਂ ਪ੍ਰੋਪਰ ਸਟ੍ਰੈਟਜੀ ਬਣਾਈਏ, ਐਂਡ ਫਿਰ ਅਸੀਂ ਉਹਨਾਂ ਮੁੱਦਿਆਂ ਨੂੰ ਜਿਸ ਤਰ੍ਹਾਂ ਅਸੀਂ ਹੈਂਡਲ ਕਰ ਰਹੇ ਹਾਂ, ਵੀ ਨੀਡ ਬੇਸਿਕਲੀ ਮੋਰ ਵਿਜ਼ਡਮ। ਹਰੇਕ ਦੀ ਸਾਨੂੰ ਹੈਲਪ ਦੀ ਜ਼ਰੂਰ ਹੈਗੀ ਹੈ। ਸੋ ਫਿਰ ਅਸੀਂ ਗੌਰਮੈਂਟ ਦੇ ਨਾਲ ਬੈਠ ਕੇ ਔਨ ਦੀ ਰਾਊਂਡ ਟੇਬਲ ਵੀ ਕੈਨ ਸੌਰਟ ਦੋਜ਼ ਇਸ਼ੂਜ਼। ਅਸੀਂ ਸੋਲਿਊਸ਼ਨਸ ਉੱਥੇ ਹੱਲ ਕਰ ਸਕਦੇ ਹਾਂ, ਬਲਕਿ ਜ਼ਿਆਦਾ ਰੌਲਾ ਪਾ ਕੇ ਆਈ ਥਿੰਕ ਦੈਟ ਵੁੱਡ ਪ੍ਰੋਬਬਲੀ ਕ੍ਰੀਏਟਸ ਮੋਰ ਮੈਸ। ਉਹ ਇੱਕ ਮੈਸੇਜ ਗਲਤ ਜਾਂਦਾ ਹੈ। ਦੈਨ ਫਿਰ ਇਹ ਜਿਹੜਾ ਸਾਡੀ ਜਾਗਰੂਕਤਾ ਕਿਤੇ ਸਾਨੂੰ ਨਜ਼ਰ ਨਹੀਂ ਆਉਂਦੀ, ਸਾਡਾ ਪੜ੍ਹਿਆ ਲਿਖਿਆਪਨ ਕਿਤੇ ਨਜ਼ਰ ਨਹੀਂ ਆਉਂਦਾ, ਸੋ ਵੀ ਆਰ ਕੁਆਇਟ ਅਪ ਦੇਅਰ। ਜਿਹੜਾ ਅਸੀਂ ਉਹਨੂੰ ਤਰੀਕੇ ਨਾਲ ਕਿਸੇ ਵੀ ਚੀਜ਼ ਨੂੰ ਬੈਠ ਕੇ ਉਸ ਨੂੰ ਡਾਇਲੋਗ ਦੇ ਨਾਲ ਸੋਲੂਸ਼ਨ ਲੱਭ ਸਕਦੇ ਹਾਂ। ਹਾਂਜੀ, ਜੀਤ ਭਾਜੀ, ਜਿੱਦਾਂ ਵੀਰ ਸੰਨੀ ਜੀ ਨੇ ਕਿਹਾ ਕਿ ਸਾਨੂੰ ਇੱਕ ਬੜੀ ਸ਼ਾਲੀਨਤਾ ਦੇ ਨਾਲ ਸਿਵਲਾਈਜ਼ਡ ਸੁਸਾਇਟੀ 'ਚ ਅਸੀਂ ਰਹਿੰਦੇ ਹਾਂ, ਉਸ ਤਰੀਕੇ ਨਾਲ ਕਰਨਾ ਚਾਹੀਦਾ, ਨਾ ਕਿ ਅਸਲੀ ਮੁੱਦੇ ਤੋਂ ਫਿਰ ਭਟਕ ਕੇ ਅਤੇ ਜਿਹੜੀ ਸਰਕਾਰ ਹੈ ਉਹ ਵੀ ਸੋਚੇ ਕਿ ਯਾਰ ਇਹ ਤਾਂ ਰਫ ਟਫ ਬੰਦੇ ਹੈ, ਸਾਡਾ ਇਹਨਾਂ ਨੇ ਔਖਾ ਕੀਤਾ। ਅਤੇ ਜੀਤ ਭਾਜੀ, ਤੁਸੀਂ ਆਪਣਾ ਦਰਸ਼ਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਐਲਡਰਸ ਇਸ਼ੂ ਪੁਆਇੰਟ ਆਫ ਵਿਊ ਤੋਂ? ਔਰ ਤੁਸੀਂ ਜਿੱਦਾਂ ਐਲਡਰਸ ਦੇ ਸਾਰੀ ਚੀਜ਼ਾਂ ਨੂੰ ਜਾਣਦੇ ਹੋ, ਉਹਨਾਂ ਦੇ ਫਾਇਦੇ ਕੀ ਨੇ, ਉਹਨਾਂ ਦਾ ਇੱਥੇ ਹੋਣ ਦਾ ਸਾਰਾ, ਅਤੇ ਉਹਦੇ ਮੁਤਲਕ ਤੁਸੀਂ ਕੋਈ ਪਰਟੀਕੂਲਰ, ਤੁਸੀਂ ਜਿੱਦਾਂ ਕੋਈ ਆਪਾਂ ਪਹਿਲਾਂ ਇੰਟਰਵਿਊ ਤੋਂ ਪਹਿਲਾਂ ਵੀ ਗੱਲ ਕਰ ਰਹੇ ਸੀ, ਕੁਛ ਡਾਕਟਰਸ ਦਾ ਵੀ ਕੁਛ ਹੈਗਾ? ਹਾਂਜੀ, ਮੈਂ ਦੱਸਣਾ ਚਾਹਾਂਗਾ ਐਕਚੁਅਲੀ ਕੀ ਹੈ ਕਿ ਜਿਸ ਤਰ੍ਹਾਂ ਦਲਜੀਤ ਭਾਜੀ ਨੇ ਔਰ ਸਨੀ ਜੀ ਨੇ ਵੀ ਆਪਣੀ ਤਰਫੋਂ ਦੱਸਿਆ ਵੀ ਕਿ ਕਿਸ ਤਰ੍ਹਾਂ ਕਮਿਊਨਿਟੀ ਨੂੰ ਆਪਣੀ ਜਿਹੜੀ ਵੋਇਸ ਹੈ ਉਹ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ, ਰੌਲਾ ਪਾ ਕੇ ਕਰਨੀ ਚਾਹੀਦੀ ਹੈ ਜਾਂ ਸ਼ਾਂਤੀਪੂਰਵਕ ਕਰਨੀ ਚਾਹੀਦੀ ਹੈ। ਅਤੇ ਅਸੀਂ ਤਾਂ ਸਾਰੇ ਸ਼ਾਂਤੀ ਦੇ ਪੁਜਾਰੀ ਹੈਗੇ ਹਾਂ, ਟੂ ਬੀ ਵੈਰੀ ਆਨੈਸਟ, ਵੈਰੀ ਵੈਰੀ ਸਿੰਪਲ। ਅਸੀਂ ਇੱਕ ਬੜਾ ਵੱਡਾ ਉਪਰਾਲਾ ਹੋਇਆ ਹੈ ਪਿੱਛੇ, ਆਈ ਥਿੰਕ ਇਟਸ ਆਲਮੋਸਟ ਏ ਈਅਰ ਨਾਓ, ਇੱਕ ਸਾਲ ਤੋਂ ਵੀ ਉੱਤੇ ਹੋ ਗਿਆ ਟਾਈਮ, ਕਿ ਅਸੀਂ ਇੱਕ ਪਲੈਟਫਾਰਮ ਕ੍ਰੀਏਟ ਕੀਤਾ ਹੈਗਾ ਕਿ ਜਿਹਨੂੰ ਕਹਿੰਦੇ ਨੇ ਯੂਨਾਈਟਿਡ ਵੌਇਸ। ਅੱਛਾ ਜੀ। ਇਹਦੇ 'ਚ ਕੀ ਹੈ ਕਿ ਮੋਰ ਦੈਨ 160 ਆਰਗੇਨਾਈਜੇਸ਼ਨਸ ਆਰ ਪਾਰਟ ਆਫ ਇਟ। 160? ਮੋਰ ਦੈਨ 160 ਆਰਗੇਨਾਈਜੇਸ਼ਨਸ। ਇਹ ਸਿਰਫ ਹੈ ਨਹੀਂ ਕਿ ਇੰਡੀਅਨ ਹੀ ਹੈਗੇ, ਇੰਡੀਅਨ, ਪਾਕਿਸਤਾਨੀ, ਬੰਗਲਾਦੇਸ਼ੀ, ਚਾਈਨੀਜ਼ ਹੋ ਗਏ, ਤੁਹਾਡੇ ਐਥਨਿਕ ਕਮਿਊਨਿਟੀਜ਼ ਹੈ, ਜਿਤਨੀ ਵੀ ਡਿਫਰੈਂਟ ਕਮਿਊਨਿਟੀਜ਼ ਹੈਗੇ ਨੇ, ਐਥਨਿਕ ਕਮਿਊਨਿਟੀਜ਼, ਉਹਨਾਂ ਨੂੰ ਸਾਰਿਆਂ ਨੂੰ ਅਸੀਂ ਇਕੱਠਾ ਕਰਕੇ ਐਂਡ ਵੀ ਹੈਵ ਕ੍ਰੀਏਟਡ ਅ ਪਲੈਟਫਾਰਮ ਜਿਹਦੇ ਵਿੱਚ ਅਸੀਂ ਸਾਰੇ ਮਿਲ ਜੁਲ ਕੇ ਅਸੀਂ ਉਹਨਾਂ ਨੂੰ ਇੱਕ ਅੱਗੇ ਹੋ ਕੇ ਉਹਨਾਂ ਨੂੰ ਦੱਸਿਆ ਅਸੀਂ ਕੀ ਕਰਨਾ ਹੈ। ਅੱਜ ਜਿਹੜੇ ਤੁਹਾਡੇ ਇਤਨੀ ਥਾਊਜ਼ੈਂਡਸ ਆਫ ਲੋਕਾਂ ਨੂੰ ਰੈਜ਼ੀਡੈਂਸੀ ਮਿਲੀ ਹੈ, ਉਹ ਇਸਦਾ ਇੱਕ ਨਮੂਨਾ ਹੈਗਾ, ਇਸ ਐਗਜ਼ਾਮਪਲ ਹੈਗਾ ਕਿ ਦੈਟ ਸਾਡੀ ਜਿਹੜੀ ਕਲੈਕਟਿਵ ਵੌਇਸ ਸੀ ਉਹਦਾ ਕਿਤਨਾ ਇਫੈਕਟ ਹੋਇਆ। ਅਤੇ ਇਹ ਗੌਰਮੈਂਟ ਨੇ ਸਾਡੀ ਆਵਾਜ਼ ਸੁਣੀ, ਲੇਕਿਨ ਕੀ ਹੈ ਕਿ ਇਹ ਸੋਚਦੇ ਨੇ ਕਿ ਵੀ ਚਲੋ ਅਸੀਂ ਇਹਨਾਂ ਦੀ ਇਹ ਗੱਲ ਮੰਨ ਲਈਏ ਅਤੇ ਬਾਕੀ ਗੱਲਾਂ ਦਾ ਕੀ ਹੋਏਗਾ। ਜਿਸ ਤਰ੍ਹਾਂ ਸਾਡੇ ਮੁੱਦੇ ਹੈਗੇ ਨੇ ਕਿ ਪੇਰੈਂਟ ਪੋਲਿਸੀ ਹੋ ਗਈ, ਸਾਡਾ ਮੁੱਦਾ ਹੈਗਾ ਕਿ ਜੀ ਆਫਸ਼ੋਰ ਮਾਈਗਰੈਂਟ ਜਿਹੜੇ ਹੈਗੇ ਨੇ, ਜਿਹੜੇ ਵਿਚਾਰੇ ਸਟਰੱਕ ਹੈਗੇ ਨੇ ਉੱਥੇ ਹੈਗੇ ਨੇ, ਓਵਰਸੀਜ਼ ਜਿਹੜੇ ਸਟਰੱਕ ਹੈਗੇ ਨੇ, ਜਾਂ ਹੋਰ ਵੀ ਜਿਸ ਤਰ੍ਹਾਂ ਡਾਕਟਰਸ ਹੈਗੇ ਨੇ, ਉਹਨਾਂ ਦਾ ਮੁੱਦਾ ਹੈਗਾ ਕਿ ਤੁਸੀਂ, ਬੜੀ ਸਿੰਪਲ ਜੀ ਗੱਲ ਹੈ, ਅੱਜ ਦੀ ਡੇਟ 'ਚ ਤੁਸੀਂ ਅਗਰ ਦੇਖੋ ਕਿ ਜਿਹੜੇ ਡਾਕਟਰਸ ਹੈਗੇ ਨੇ ਕਿੰਨੀ ਸ਼ਾਰਟੇਜ ਹੈਗੀ ਹੈ। ਹੌਸਪੀਟਲਸ ਚਲੇ ਜਾਓ, ਉੱਥੇ ਸ਼ਾਰਟੇਜ ਹੈਗੀ ਹੈ, ਸਰਜਰੀਜ਼ ਚਲੇ ਜਾਓ, ਬੜੀ ਲੰਬੀ ਭਾਜੀ ਵੇਟ ਹੈ ਉੱਥੇ, 8-8 ਘੰਟੇ ਵੇਟ ਕਰਨੀ ਪੈਂਦੀ ਪੇਸ਼ੈਂਟਸ ਨੂੰ। ਹੁਣ ਤੁਸੀਂ ਦੇਖੋ, ਇਹ ਬੜਾ ਵੈਸੇ ਸੈਂਸਿਟਿਵ ਮੁੱਦਾ ਹੈਗਾ ਕਿ ਡਾਕਟਰਸ ਜਿਹੜੇ ਹੈਗੇ ਨੇ, ਜਿਹੜੇ ਕਿ ਓਵਰਸੀਜ਼ ਡਾਕਟਰਸ ਸਨ, ਉਹਨਾਂ ਨੇ ਇੱਥੇ ਆ ਕੇ ਉਹ ਕੁਆਲੀਫਿਕੇਸ਼ਨਸ ਗੇਨ ਕਰਕੇ ਦੇ ਆਰ ਐਟ ਪਾਰ ਵਿਦ ਦਾ ਲੋਕਲ ਡਾਕਟਰਸ, ਅਤੇ ਉਹਨਾਂ ਨੂੰ ਇਹ ਜੋਬ ਨਹੀਂ ਦੇ ਰਹੇ। ਹੁਣ ਤੁਸੀਂ ਦੱਸੋ ਕਿ ਇਹ ਵਿਜ਼ਡਮ ਕੀ ਕਹਿੰਦੀ ਹੈ? ਜਿਹੜੇ ਹੈਗੇ ਨੇ ਉਹਨਾਂ ਨੂੰ ਤੁਸੀਂ ਜੋਬ ਨਹੀਂ ਦੇ ਰਹੇ, ਜਿਹੜੇ ਨਹੀਂ ਹੈਗੇ ਨੇ ਤੁਸੀਂ ਬਾਹਰੋਂ ਬੁਲਾ ਕੇ ਤੁਸੀਂ ਉਹਨਾਂ ਕਹਿੰਦੇ ਆਓ ਇੱਥੇ ਕੰਮ ਕਰੋ, ਉਹਨਾਂ ਨੂੰ ਤੁਸੀਂ ਜ਼ਿਆਦਾ ਪੈਸਾ ਵੀ ਦਿੰਦੇ ਹੋ, ਸਭ ਕੁਝ ਕਰਦੇ ਹੋ, ਲੇਕਿਨ ਜਿਹੜੇ ਤੁਹਾਡੇ ਕੋਲ ਇੱਥੇ ਲੋਕ ਹੈਗੇ ਨੇ ਉਹਨਾਂ ਨੂੰ ਤੁਸੀਂ ਯੂਜ਼ ਨਹੀਂ ਕਰ ਸਕਦੇ। ਅਸੀਂ ਇਹ ਗੱਲ ਦਾ ਮੁੱਦਾ ਅਸੀਂ ਬੜੀ ਜ਼ੋਰ ਸ਼ੋਰ ਨਾਲ ਉਠਾਇਆ ਹੈ ਔਰ ਬਹੁਤ ਤਰੀਕੇ ਨਾਲ ਗੌਰਮੈਂਟ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਐਂਡ ਅਸੀਂ ਉਹਨੂੰ ਚੁੱਪ ਕਰਕੇ ਨਹੀਂ ਬੈਠਾਂਗੇ। ਮੈਂ ਕਮਿਊਨਿਟੀ ਨੂੰ ਇਹ ਅਸ਼ੋਰੈਂਸ ਕਰਨਾ ਚਾਹੁੰਦਾ ਕਿ ਜਿਹੜਾ ਸਾਡਾ ਇਹ ਗਰੁੱਪ ਹੈਗਾ,
ਯੂਨਾਈਟਿਡ ਵਾਇਸ ਦਾ ਗਰੁੱਪ ਹੈ ਜਿਹਦੇ 'ਚ ਅਸੀਂ ਸਾਰੇ ਇਕੱਠੇ ਹੋ ਕੇ ਅਸੀਂ ਕੰਮ ਕਰ ਰਹੇ ਹਾਂ ਔਰ 160 ਪਲੱਸ ਆਰਗੇਨਾਈਜੇਸ਼ਨਸ ਇਕੱਠੀਆਂ ਹੋ ਕੇ ਕੰਮ ਕਰ ਰਹੀਆਂ। ਸਾਡਾ ਇੱਕੋ ਹੀ ਹੈਗਾ ਮੁੱਦਾ ਹੈਗਾ ਕਿ ਵੀ ਵਾਂਟ ਟੂ ਆਵਰ ਵੌਇਸਿਸ ਜਿਹੜੇ ਸਾਡੀ ਪਾਲਿਸੀਜ਼ ਜਿਹੜੀ ਸਾਨੂੰ ਅਫੈਕਟ ਕਰਦੀਆਂ ਪਈਆਂ ਜਿਹੜੀ ਨੈਗੇਟਿਵ ਪਾਲਿਸੀਜ਼ ਉਹਨਾਂ ਨੂੰ ਅਲੱਗ ਕਰਕੇ ਸਾਨੂੰ ਸਾਡੀ ਗੱਲਾਂ ਨੂੰ ਸੁਣੋ ਉਸ 'ਤੇ ਅਮਲ ਵੀ ਕਰੋ। ਤੁਹਾਨੂੰ ਇਹ ਤੁਹਾਡੇ ਫਾਇਦੇ ਦੀ ਗੱਲ ਕਰ ਰਹੇ ਹਾਂ, ਗੌਰਮੈਂਟ ਵਾਲਿਆਂ ਨੂੰ ਮੈਂ ਕਹਿ ਰਿਹਾ ਇਹ ਤੁਹਾਡੇ ਫਾਇਦੇ ਦੀ ਗੱਲ ਕਰ ਰਹੇ ਹਾਂ ਅਸੀਂ ਲੋਕ ਸਾਰੇ ਮਿਲ ਕੇ। ਔਰ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ, ਅਗਰ ਤੁਹਾਨੂੰ ਨਹੀਂ ਸਮਝ ਆਉਂਦੀ ਤਾਂ ਸਾਡੇ ਨਾਲ ਗੱਲਬਾਤ ਕਰੋ ਬੈਠ ਕੇ। ਅਸੀਂ ਅਵੇਲੇਬਲ ਹਾਂ, ਤੁਸੀਂ ਸਾਨੂੰ ਦਿਨੇ ਬੁਲਾਓ, ਰਾਤੀ ਬੁਲਾਓ, ਸਵੇਰੇ ਬੁਲਾਓ, ਜਿਸ ਵੇਲੇ ਬੁਲਾਓ। ਵੀ ਆਰ ਆਲਵੇਜ਼ ਅਵੇਲੇਬਲ ਟੂ ਟਾਕ ਔਨ ਦਾ ਬਿਹਾਫ ਆਫ ਦਾ ਕਮਿਊਨਿਟੀ। ਇਹ ਦੇਖੋ ਸਾਰੇ ਤੁਹਾਡੇ ਸਾਹਮਣੇ ਇੰਨੇ ਵੈਲਿਊਬਲ ਲੋਕ ਹਨ। ਇਹਨਾਂ ਤੋਂ ਇਲਾਵਾ ਜਿਹੜੇ ਸਾਡੀ ਕੋਰ ਗਰੁੱਪ ਹੈਗਾ, ਉਸ ਤੋਂ ਇਲਾਵਾ ਵਰਕਿੰਗ ਕਮੇਟੀ ਹੈ ਔਰ 160 ਆਰਗੇਨਾਈਜੇਸ਼ਨਸ ਹੈਗੀਆਂ। ਦੇ ਆਰ ਆਲ ਰੈਡੀ ਟੂ ਇੰਗੇਜ ਵਿਦ ਦਾ ਗਵਰਨਮੈਂਟ, ਬਟ ਲੇਕਿਨ ਸਾਨੂੰ ਤੁਸੀਂ ਮੌਕਾ ਨਹੀਂ ਦਿਓਗੇ ਤੇ ਘਾਟਾ ਤੁਹਾਡਾ ਕਹਿੰਦਾ ਇਸਮੇ ਤੇਰਾ ਘਾਟਾ ਮੇਰਾ ਕੁਛ ਨਹੀਂ ਜਾਤਾ। ਉਹੀ ਭਾਜੀ ਦਲਜੀਤ ਸਿੰਘ ਜੀ ਵਾਲੀ ਗੱਲ ਕਿ ਹੋਰ ਜਾਗਰਿਤ ਹੋਣ ਦੀ ਲੋੜ ਹੈ। ਪ੍ਰੋਗਰਾਮ ਦੇ ਆਪਾਂ ਫਾਈਨਲਾਈਜੇਸ਼ਨ ਵੱਲ ਜਾ ਰਹੇ ਤੇ ਭਾਜੀ ਦਲਜੀਤ ਸਿੰਘ ਜੀ ਤੁਸੀਂ ਕੁਛ ਆਪਣਾ ਅਪੀਲ ਕਰਨਾ ਚਾਹੋਗੇ ਸਰਕਾਰ ਨੂੰ ਐਂਡ ਆਪਣਾ ਭਾਈਚਾਰੇ ਨੂੰ? ਜੀ ਸਰਕਾਰ ਨੂੰ ਤਾਂ ਚਲੋ ਲੱਗੇ ਹੋਈਆਂ, ਕਮਿਊਨਿਟੀ ਨੂੰ ਫਿਰ ਦੁਬਾਰਾ ਇੱਕ ਵਾਰ ਇਹੀ ਅਪੀਲ ਹੈ ਕਿ ਸਾਡਾ ਮਤਲਬ ਜਾਗਰੂਕ ਹੋਣ ਦੀ ਨਹੀਂ, ਸਾਡਾ ਮਤਲਬ ਇਹ ਹੈਗਾ ਕਿ ਐਤਕੀ ਟੂ ਦੀ ਪੁਆਇੰਟ ਗੱਲ ਕਰਨੀ। ਤੁਹਾਡੇ ਕੋਲ ਕੋਈ ਪੋਲੀਟੀਸ਼ੀਅਨ ਕਿਸੇ ਵੀ ਪਾਰਟੀ ਦਾ ਆਉਂਦਾ ਉਹਦੀ ਬੈਕਗਰਾਊਂਡ ਦੇਖੋ ਕਿ ਇਹਨੇ ਪਿਛਲੇ 3 ਸਾਲ 5 ਸਾਲ 'ਚ ਇਹਨੇ ਭਾਈਚਾਰੇ ਦੀ ਕਿਤੇ ਆਵਾਜ਼ ਉਠਾਈ, ਇਹਨੇ ਕੋਈ ਗੱਲ ਕੀਤੀ। ਸਾਡਾ ਕੀ ਆ ਨੋਰਮਲ ਅਸੀਂ ਮੁੜ ਕੇ ਗਰੁੱਪਾਂ 'ਚ ਵੰਡ ਕੇ ਉਹਨਾਂ ਦੀ ਫੰਡ ਰੇਜ਼ਿੰਗ ਕਰਦੇ ਰਹਿੰਦੇ, ਉਹ ਸਾਡਾ ਪੈਸਾ ਵੀ ਲੈ ਜਾਂਦੇ ਤੇ ਉਹ ਸਾਡੇ ਜਜ਼ਬਾਤਾਂ ਨਾਲ ਵੀ ਪੂਰਾ 3 ਸਾਲ ਖੇਡਦੇ ਆ। ਐਤਕੀ ਉਹ ਹਾਲ ਨਾ ਹੋਵੇ। ਐਤਕੀ ਜਿਹੜੇ ਨੇ ਵੀ ਤੁਹਾਡੀ ਆਵਾਜ਼ ਨਹੀਂ ਚੁੱਕੀ ਜਾਂ ਸਾਡੀਆਂ ਪਾਲਿਸੀਆਂ ਨਾਲ ਐਗਰੀ ਨਹੀਂ, ਉਹਨੂੰ ਮੂੰਹ ਤੇ ਕਹੀਏ ਕਿ ਸੌਰੀ ਇਸ ਵਾਰ ਨਹੀਂ। ਜਿਹੜਾ ਸਾਡੇ ਨਾਲ ਚੱਲਣ ਲਈ ਤਿਆਰ ਹੈ, ਚਾਹੇ ਉਹ ਕੋਈ ਵੀ ਪੋਲੀਟੀਕਲ ਪਾਰਟੀ ਆ, ਉਹਦੇ ਨਾਲ ਐਤਕੀ ਫਿਰ ਜਿਹੜਾ ਉਹ ਸਾਥ ਦੇਵਾਂਗੇ। ਇਸ ਕਰਕੇ ਅਸੀਂ ਆਉਣ ਵਾਲੇ ਦਿਨਾਂ ਵਿੱਚ ਸਾਰੀਆਂ ਪਾਰਟੀਆਂ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਉਹਨਾਂ ਨੂੰ ਇਕੱਲੇ ਨੂੰ ਜਿਹੜਾ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਸਾਡੇ ਭਾਈਚਾਰੇ ਦੀ ਡਿਮਾਂਡ ਹੈ, ਇਹ ਮੇਰੀ ਡਿਮਾਂਡ ਨਹੀਂ, ਇਹ 2 4 10 20 100 ਬੰਦੇ ਦੀ ਡਿਮਾਂਡ ਨਹੀਂ। ਇਹ ਜਿੰਨਾ ਇੱਥੇ ਦਾ ਏਸ਼ੀਅਨ ਭਾਈਚਾਰਾ ਉਹ ਤੇ ਡਾਇਰੈਕਟਲੀ ਇੰਪੈਕਟ ਹੋ ਰਿਹਾ ਉਹਦੇ ਨਾਲ। ਇਸ ਚੀਜ਼ ਨੂੰ ਮੰਨੋ। ਜੇ ਤੁਸੀਂ ਨਹੀਂ ਮੰਨਦੇ ਤਾਂ ਅਸੀਂ ਦੇਖੀਏ ਸਾਡੇ ਲਈ ਆਪਸ਼ਨਾਂ ਹੋਰ ਕੀ ਆ। ਸੋ ਫਿਰ ਅਸੀਂ ਲਾਗੇ ਜਾ ਕੇ ਦੱਸਾਂਗੇ ਕਿ ਕਿਹੜਾ ਇਸ ਆਪਸ਼ਨ ਨੂੰ ਕਿਹੜੀ ਪਾਰਟੀ ਜਿਹੜੀ ਉਹ ਮੰਨ ਰਹੀ ਆ, ਕਿਹੜੀ ਪਾਰਟੀ ਨਹੀਂ ਮੰਨ ਰਹੀ। ਅਸੀਂ ਹੋਪ ਕਰ ਰਹੇ ਹਾਂ ਸਰਕਾਰ ਜ਼ਰੂਰ ਇਸ ਮਸਲੇ ਤੇ ਜਿੱਥੇ ਉਹਨਾਂ ਨੇ ਇੱਕ ਹਾਥੀ ਕੱਢਤਾ ਅਸੀਂ ਉਹਨਾਂ ਨੂੰ ਬੜਾ ਕਲੀਅਰਲੀ ਦੱਸਤਾ, ਇੱਕ ਪੂਛ ਰਹਿੰਦੀ ਉਹਦਾ ਕਰਕੇ ਆਣ ਕੇ ਤੁਸੀਂ ਹੁਣ ਹਾਥੀ ਨੂੰ ਵੀ ਖਰਾਬ ਨਾ ਕਰ ਲਿਓ। ਮੈਂ ਛੋਟੀ ਜਿਹੀ ਗੱਲ ਐਡ ਕਰਾਂਗਾ ਆਪਣੇ ਦਲਜੀਤ ਭਾਜੀ ਦੇ ਨਾਲ ਕਿ ਦੇਖੋ ਗੱਲ ਕੀ ਹੈ ਕਿ ਅਗਰ ਤੁਸੀਂ ਇਹ ਸਾਡੀ ਆਵਾਜ਼ ਨਹੀਂ ਸੁਣਦੇ ਹੋ, ਦੇਖੋ ਅਸੀਂ ਸਾਰੇ ਨਾ ਕਮਿਊਨਿਟੀ ਨੂੰ ਜਵਾਬਦਾਰ ਹਾਂ। ਵੀ ਆਰ ਉਹਨਾਂ ਦੇ ਰਿਪਰੈਜ਼ੈਂਟੇਟਿਵ ਹੋਣ ਦੇ ਨਾਤੇ ਸਾਡਾ ਇੱਕ ਫਰਜ਼ ਬਣਦਾ ਕਿ ਅਸੀਂ ਉਹਨਾਂ ਨੂੰ ਜਵਾਬ ਦਈਏ ਕਿ ਇਹ ਹੋ ਕੀ ਰਿਹਾ। ਅਗਰ ਅਸੀਂ ਉਸੀ ਗੌਰਮੈਂਟ ਦੇ ਨਾਲ ਹੈਗੇ ਹਾਂ ਜਿਹੜੀ ਸਾਡੀ ਕਮਿਊਨਿਟੀ ਦੀ ਗੱਲ ਸਮਝੇ। ਉਹ ਜਿਹੜੇ ਨਹੀਂ ਸਮਝਣਗੇ ਤੇ ਫਿਰ ਅਸੀਂ ਮਜਬੂਰ ਹਾਂ, ਅਸੀਂ ਤਾਂ ਉਹਦਾ ਸਾਥ ਦਿਆਂਗੇ। ਬਈ ਜਿਹੜਾ ਸਿੰਪਲ ਜੀ ਗੱਲ ਹੈ, ਜਿਹੜਾ ਸਾਡਾ ਸਾਥ ਦੇਗਾ ਅਸੀਂ ਉਹਦਾ ਸਾਥ ਦਿਆਂਗੇ, ਸਿੰਪਲ। ਹਾਂਜੀ, ਆਪਣਾ ਤਿੰਨੋਂ ਵੱਡੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ। ਔਰ ਦਰਸ਼ਕਾਂ ਨੂੰ ਮੈਨੂੰ ਉਮੀਦ ਹੈ ਕਿ ਦਰਸ਼ਕਾਂ ਨੇ ਇੱਕ ਰੀਸੈਂਟ ਜੋ ਹੁਣ ਅਪਰੋਚ ਹੈ ਭਾਈਚਾਰੇ ਦੀ ਉਹਦਾ ਉਹਨਾਂ ਨੂੰ ਮਿਲਿਆ। ਦਰਸ਼ਕੋ, ਜਿੱਦਾਂ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਮੈਂ ਕਿਹਾ ਕਿ ਬੰਦਾ ਮਿਹਨਤ ਕਰਦਾ, ਦਿਨ ਰਾਤ ਮਿਹਨਤ ਕਰਦਾ ਤੇ ਇੱਕਦਮ ਉਹਨੂੰ ਕਿਹਾ ਜਾਂਦਾ ਕਿ ਉਹ ਮੰਜ਼ਿਲ ਤਾਂ ਸਾਹਮਣੇ ਹੈਗੀ ਪਰ ਤੇਰੇ ਲਈ ਉਪਲਬਧ ਨਹੀਂ। ਤੇ ਉਵੇਂ ਹੀ ਭਾਜੀ ਦਲਜੀਤ ਸਿੰਘ ਜੀ ਨੇ ਕਿਹਾ ਕਿ ਹੁਣ ਤੁਹਾਡਾ ਟਾਈਮ ਹੈ, ਹੁਣ ਤੁਹਾਡਾ ਮੌਕਾ ਕਿ ਤੁਸੀਂ ਵੀ ਇਹ ਜਿਹੜੇ ਪਾਲਿਸੀ ਮੇਕਰ ਜਿਨ੍ਹਾਂ ਨੇ ਤੁਹਾਨੂੰ ਵਿਚਾਰਾ ਬਣਾਤਾ ਵਿਚਾਰਾ, ਤੁਸੀਂ ਹੁਣ ਉੱਠ ਕੇ ਤੁਹਾਡੇ ਹੱਥ 'ਚ ਤਾਕਤ ਹੈ ਕਿ ਤੁਸੀਂ ਵੀ ਇਹਨਾਂ ਨੂੰ ਕਹੋ ਕਿ ਸੌਰੀ ਤੁਹਾਡੇ ਲਈ ਇਹ ਉਪਲਬਧ ਨਹੀਂ। ਥੈਂਕ ਯੂ ਵੈਰੀ ਮਚ। ਥੈਂਕ ਯੂ।